ਕਿਹਾ ਜਾ ਰਿਹਾ ਕਿ ਇੱਕ ਜਿਹੜਾ ਹੁੰਦਾ ਉਹ ਪਤਾਲ ਲੋਕ ਹੁੰਦਾ ਜਿਸ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਪਰ ਉਹ ਕਿਹੜੇ ਲੋਕ ਹੋਣਗੇ ਉਸ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ। ਹਾਲਾਂਕਿ ਇਸ ਦੇ ਨਾਲ ਹੀ ਇਹ ਇਕੱਲਾ ਸਮਝ ਨਹੀਂ ਆਏਗਾ, ਚਰਚਾ ਜ਼ਰੂਰ ਕਰਾਂਗੇ, ਵਿਸਤਾਰ ਦੇ ਵਿੱਚ ਜ਼ਰੂਰ ਸਮਝਾਵਾਂਗੇ ਕਿ ਆਖਿਰਕਾਰ ਪਾਤਾਲ ਦੀ ਜਿਹੜੀ ਪੜਤਾਲ ਹੈ ਉਹ ਕਿਉਂ ਕਰਨੀ ਪੈ ਰਹੀ ਹੈ। ਸੋ ਉਸ ਨੂੰ ਲੈ ਕੇ ਸ਼ੁਰੂਆਤ ਕਰਦੇ ਇੱਕ ਵੱਡੀ ਖਬਰ ਤੋਂ ਦੱਸੀਏ ਕਿ ਭਖਦਾ ਜਾ ਰਿਹਾ ਪਾਤਾਲ ਲੋਕ ਦਾ ਵਿਵਾਦ। ਦੱਸੀਏ ਕਿ ਪਾਤਾਲ ਲੋਕ ਦਾ ਵਿਵਾਦ ਭਖ ਚੁੱਕਿਆ ਅਨੁਸ਼ਕਾ ਸ਼ਰਮਾ ਨੂੰ ਜਾਰੀ ਹੋਇਆ ਲੀਗਲ ਨੋਟਿਸ। ਸੋ ਕਾਨੂੰਨੀ ਤੌਰ ਤੇ ਇੱਕ ਨੋਟਿਸ ਜਾਰੀ ਹੋਇਆ। ਸਿੱਖਾਂ ਦੀ ਇਮੇਜ ਜਿਹੜੀ ਆ ਬਾਰ-ਬਾਰ ਖਰਾਬ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਫਿਲਹਾਲ, ਔਰ ਬਾਰ-ਬਾਰ ਦਾ ਮਸਲਾ ਤਦੋਂ ਆਉਂਦਾ ਜਦ ਇਸ ਤੋਂ ਪਹਿਲਾਂ ਦੇ ਕਈ ਵਿਵਾਦ ਸਾਹਮਣੇ ਆ ਜਾਂਦੇ ਨੇ, ਕਈ ਹੋਰ ਲੋਕਾਂ ਨੂੰ ਲੈ ਕੇ ਜਿਹੜੇ ਕਿ ਉਹਨਾਂ ਦੇ ਨਾਲ ਜੁੜੇ ਹੁੰਦੇ ਡਾਇਰੈਕਟਰ ਔਰ ਨਿਰਮਾਤਾ ਹੁੰਦੇ ਨੇ। ਸੋ ਮੁੱਖ ਮੰਤਰੀ ਤੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਨੇਪਾਲ ਦੇ ਵਿੱਚ ਵੀ ਹੋ ਚੁੱਕਿਆ ਹੈ ਪਾਤਾਲ ਲੋਕ ਦਾ ਵਿਰੋਧ। ਸੋ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ ਇਸ ਵੇਲੇ। ਅਹਿਮ ਇਹੀ ਖਬਰ ਹੈ ਕਿ ਪਾਤਾਲ ਲੋਕ ਦਾ ਮਸਲਾ ਜਿਹੜਾ ਹੈ ਉਹ ਭਖਦਾ ਜਾ ਰਿਹਾ ਹੈ। ਸੋ ਦੱਸੀਏ ਕਿ ਗੋਰਖ ਭਾਈਚਾਰਾ ਯਾਨੀ ਕਿ ਨੇਪਾਲੀ ਲੋਕ ਵੀ ਇਸ ਦਾ ਵਿਰੋਧ ਕਰ ਚੁੱਕੇ ਨੇ। ਸੋ ਪਾਤਾਲ ਲੋਕ ਨੂੰ ਲੈ ਕੇ ਇੱਕ ਵੱਡਾ ਵਿਰੋਧ ਹੋ ਰਿਹਾ ਹੈ। ਵੈਬ ਸੀਰੀਜ਼ ਹੈ ਇੱਕ ਜੋ ਕਿ 15 ਮਈ ਨੂੰ ਰਿਲੀਜ਼ ਹੋ ਚੁੱਕੀ ਹੈ, ਉਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਹਾਲਾਂਕਿ ਇਹ ਸਭ ਲੋਕਾਂ ਤੱਕ ਪਹੁੰਚ ਚੁੱਕੀ ਹੈ। ਉਸ ਨੂੰ ਵੇਖਣ ਤੋਂ ਬਾਅਦ ਹੀ ਇਹ ਵੱਡਾ ਮਸਲਾ ਉੱਠਿਆ ਹੈਗਾ ਕਿ ਕਿਉਂ ਅਜਿਹੀਆਂ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ, ਕਿਉਂ ਉਹਨਾਂ ਦੇ ਪਿੱਛੇ ਪੈਸਾ ਲਗਾਇਆ ਜਾਂਦਾ ਹੈ। ਖਾਸ ਤੌਰ ਤੇ ਜੇਕਰ ਠੀਕ ਹੈ ਤੁਸੀਂ ਆਪਣਾ ਕੋਈ ਕਨਸੈਪਟ ਪ੍ਰੈਜ਼ੈਂਟ ਕਰਨਾ ਹੈਗਾ, ਪਰ ਉਸ ਦੇ ਵਿੱਚ ਵਿਵਾਦਿਤ ਕਿਉਂ ਹੁੰਦਾ ਵਾਰ-ਵਾਰ, ਇਹ ਮਸਲਾ ਚੁੱਕਿਆ ਜਾ ਰਿਹਾ ਹੈ। ਡੀਐਸਜੀਐਮਸੀ ਨੇ ਵੀ ਇਹ ਮਸਲਾ ਚੁੱਕਿਆ। ਸੋ ਦੱਸ ਦਈਏ ਕਿ ਇਹ ਮਸਲੇ ਨੂੰ ਹੁਣ ਗੰਭੀਰ ਮੁੱਦਾ ਕਿਹਾ ਜਾ ਸਕਦਾ ਹੈ, ਕਿਉਂਕਿ ਜਿਹੜੇ ਇਸ ਦੇ ਸ਼ਿਕਾਇਤਕਰਤਾ ਨੇ ਉਹ ਕਹਿ ਰਹੇ ਨੇ ਕਿ ਐਸਜੀਪੀਸੀ ਨੂੰ ਮਾਫ ਕਰਿਓ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਲਈ ਹੁਣ ਮਸਲਾ ਚੁੱਕਣਾ ਪਏਗਾ, ਆਵਾਜ਼ ਇੱਕ ਬੁਲੰਦ ਕਰਨੀ ਪਏਗੀ। ਸਿੱਖਾਂ ਦੇ ਬਾਬਤ ਜਿਹੜਾ ਇਸ ਦੇ ਵਿੱਚ ਇੱਕ ਗਲਤ ਇਮੇਜ ਦਿਖਾਈ ਗਈ ਹੈ, ਉਸ ਨੂੰ ਲੈ ਕੇ ਇੱਕ ਮਸਲਾ ਉੱਠ ਰਿਹਾ, ਵਿਵਾਦ ਉੱਠ ਰਿਹਾ। ਅਨੁਸ਼ਕਾ ਸ਼ਰਮਾ ਜੋ ਕਿ ਇਸ ਸੀਰੀਜ਼ ਦੇ ਪ੍ਰੋਡਿਊਸਰ ਨੇ, ਸੋ ਉਹਨਾਂ ਨੂੰ ਲੈ ਕੇ ਇਹ ਸਵਾਲ ਉੱਠ ਰਿਹਾ ਕਿ ਕਿਉਂ ਇਸ ਅਜਿਹੀ ਵੈਬ ਸੀਰੀਜ਼ ਤੇ ਪੈਸਾ ਲਗਾਇਆ ਗਿਆ ਜੋ ਕਿ ਵਿਵਾਦਿਤ ਸੀਗੀ। ਉਹਨਾਂ ਨੂੰ ਮਾਫੀ ਮੰਗਣ ਦੇ ਲਈ ਕਿਹਾ ਜਾ ਰਿਹਾ, ਬਗੈਰ ਸ਼ਰਤ ਮਾਫੀ ਮੰਗੀ ਜਾਵੇ। ਸੋ ਇੱਕ ਸਵਰਗ ਲੋਕ, ਇੱਕ ਧਰਤੀ ਲੋਕ ਤੇ ਇੱਕ ਪਾਤਾਲ ਲੋਕ। ਸੋ ਪਾਤਾਲ ਲੋਕ ਜਿਹੜਾ ਇੱਕ ਵੈਬ ਸੀਰੀਜ਼ ਹੈਗੀ ਹੈ, ਹਾਲਾਂਕਿ ਠੀਕ ਹੈ ਕਨਸੈਪਟ ਇੱਕ ਵੱਖਰਾ ਸਾਹਮਣੇ ਆਇਆ, ਤੁਸੀਂ ਸਮਝਾਉਣਾ ਚਾਹੁੰਦੇ ਹੋ ਕੁਝ, ਪਰ ਸੋ ਨੇਪਾਲ ਦੇ ਵਿੱਚ ਵੀ ਇਹ ਜਿਹੜਾ ਹੈ ਨੇਪਾਲ ਦੇ ਵਿੱਚ ਮੁੱਦਾ ਉੱਠ ਚੁੱਕਿਆ ਹੈ, ਵਿਰੋਧ ਕੀਤਾ ਗਿਆ। ਸੋ ਦੱਸ ਦਈਏ ਕਿ ਡੀਐਸਜੀਐਮਸੀ ਪ੍ਰਧਾਨ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ, ਉਹਨਾਂ ਨੇ ਇਸ ਤੇ ਕਰੀਬ 5 ਦਿਨ ਪਹਿਲਾਂ ਜਿਹੜਾ ਉਹ ਚੁੱਕਿਆ ਸੀ, ਮਸਲਾ ਚੁੱਕਿਆ ਸੀ ਔਰ ਕੁਝ ਕਿਹਾ ਸੀਗਾ ਇਸ ਦੇ ਬਾਰੇ। ਇੱਕ ਵਾਰ ਉਹ ਸੁਣ ਲੈਂਦੇ। ਇੱਕ ਸਰਵਾਈਵਰ ਦੇ ਨਾਮ ਤੇ ਪੂਰੀ ਦੁਨੀਆ ਦੇ ਅੰਦਰ ਮਾਨਵਤਾ ਦੀ ਸੇਵਾ ਕਰਨ ਵਾਲੀ ਪਹਿਚਾਣ ਦੇ ਰੂਪ 'ਚ ਜਾਣੇ ਜਾਂਦੇ ਨੇ, ਔਰ ਖਾਸ ਤੌਰ ਤੇ ਅਗਰ ਕਿਸੇ ਅਬਲਾ ਤੇ ਕਿਸੇ ਨੇ ਕਿਸੇ ਤਰੀਕੇ ਦਾ ਵਾਰ ਕੀਤਾ ਸਿੱਖ ਆਪਣੀ ਜਾਨ ਤੱਕ ਦੇ ਸਕਦੇ ਨੇ। ਲੇਕਿਨ ਅਮੇਜ਼ਨ ਪ੍ਰਾਈਮ ਵੱਲੋਂ ਇੱਕ ਸੀਰੀਜ਼ ਬਣਾਈ ਗਈ ਅਨੁਸ਼ਕਾ ਸ਼ਰਮਾ ਵੱਲੋਂ ਪਾਤਾਲ ਲੋਕ, ਜਿਸ ਦੇ ਅੰਦਰ ਇੱਕ ਸਿੱਖ ਨੂੰ ਇੱਕ ਅਬਲਾ ਦਾ ਬਲਾਤਕਾਰ ਕਰਦੇ ਦਿਖਾਇਆ ਗਿਆ, ਔਰ ਨਾਲ ਹੀ ਇੱਕ ਅੰਮ੍ਰਿਤਧਾਰੀ ਸਿੱਖ ਉੱਥੇ ਖੜਾ ਦਿਖਾਈ ਜਾ ਰਿਹਾ ਕਿ ਉਹ ਸਾਹਮਣੇ ਖੜਾ ਦੇਖ ਰਿਹਾ। ਇਸ ਦੀ ਸੰਭਾਵਨਾ ਸ਼ੂਨਿਆ ਤੋਂ ਵੀ ਘੱਟ ਹੈ ਕਿ ਕਦੀ ਕੋਈ ਅੰਮ੍ਰਿਤਧਾਰੀ ਸਿੱਖ ਖੜਾ ਹੋਵੇ ਔਰ ਉੱਥੇ ਕੋਈ ਅਤਿਆਚਾਰ ਹੋ ਜਾਏ, ਇਹ ਨਾਮੁਮਕਿਨ ਗੱਲ ਹੈ। ਲੇਕਿਨ ਇਹ ਪਹਿਲਾਂ ਵੀ ਬੜੇ ਆਨਲਾਈਨ ਚੈਨਲਸ ਜਿਹੜੇ ਨੇ, ਡਿਜੀਟਲ ਚੈਨਲ ਜਿਹੜੇ, ਇਹਨਾਂ ਨੇ ਪਹਿਲਾਂ ਵੀ ਚਾਹੇ ਉਹ ਨੈਟਫਲਿਕਸ ਹੋਣ ਚਾਹੇ ਐਮਾਜ਼ਨ ਹੋਣ, ਐਸੇ ਕੰਮ ਕੀਤੇ ਨੇ ਜਿਹਦੇ ਨਾਲ ਧਰਮ ਦੇ ਉੱਤੇ ਸਿੱਧੇ ਤੌਰ ਤੇ ਹਮਲਾ ਹੈ। ਅਸੀਂ ਬਾਰ-ਬਾਰ ਇਸ ਇਸ਼ੂਸ ਨੂੰ ਰੇਜ਼ ਕੀਤਾ ਹੈ, ਲੇਕਿਨ ਐਮਾਜ਼ਨ ਪ੍ਰਾਈਮ ਨੇ ਜਿਹੜਾ ਇਹ ਕੰਮ ਕੀਤਾ, ਅਸੀਂ ਜਿੱਥੇ ਉਹਨਾਂ ਨੂੰ ਇਹ ਕਹਿੰਦੇ ਕਿ ਤੁਰੰਤ ਇਸ ਨੂੰ ਵਿਡਰਾ ਕਰਨ। ਮੈਂ ਦੇਸ਼ ਦੇ ਮੰਤਰੀ ਪ੍ਰਕਾਸ਼ ਜਾਵੜੇਕਰ ਜੀ ਨੂੰ ਅਪੀਲ ਕੀਤੀ ਆ ਕਿ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤਾ ਜਾਵੇ ਔਰ ਇਸ ਸੀਨ ਨੂੰ ਔਰ ਇਸ ਐਮਾਜ਼ਨ ਦੀ ਸੀਰੀਜ਼ ਨੂੰ ਵਿਡਰਾ ਕੀਤਾ ਜਾਵੇ ਜਦੋਂ ਤਾਈਂ ਐਸੇ ਸੀਨਸ ਨੂੰ ਨਾ ਵਾਪਸ ਕੀਤਾ ਜਾ ਸਕੇ। ਸੋ ਮੈਂ ਐਮਾਜ਼ਨ ਨੂੰ ਵੀ ਕਹਿੰਦਾ ਕਿ ਅਸੀਂ ਤੁਰੰਤ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕਰਾਂਗੇ, ਤੁਰੰਤ ਇਸ ਨੂੰ ਵਿਡਰਾ ਕਰੋ। ਪੂਰੀ ਦੁਨੀਆ ਦੇ ਅੰਦਰ ਸਿੱਖਾਂ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਆ, ਕਿਉਂਕਿ ਜਿਸ ਤਰੀਕੇ ਸਿੱਖਾਂ ਦੀ ਛਵੀ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਸਿੱਖ ਉਸ ਛਵੀ ਦੇ ਕਿਸੇ ਵੀ ਸੂਰਤ ਅੰਦਰ ਨੇੜੇ ਤੇੜੇ ਵੀ ਨਹੀਂ। ਸੋ ਭਖਦਾ ਜਾ ਰਿਹਾ ਪਾਤਾਲ ਲੋਕ ਦਾ ਵਿਵਾਦ, ਔਰ ਵਿਵਾਦ ਜਿਹੜਾ ਬੇਹੱਦ ਹੀ ਜ਼ਿਆਦਾ ਹੁਣ ਗੰਭੀਰ ਇੱਕ ਰੂਪ ਧਾਰਨ ਕਰਦਾ ਜਾ ਰਿਹਾ, ਕਿਉਂਕਿ ਇਸ ਨੂੰ ਲੈ ਕੇ ਲਗਾਤਾਰ ਮਸਲਾ ਉੱਠ ਰਿਹਾ ਔਰ ਇੱਕ ਨਹੀਂ ਦੋ ਨਹੀਂ
ਬਲਕਿ ਬਹੁਤ ਸਾਰੇ ਅਜਿਹੇ ਵਿਭਾਗ ਨੇ, ਅਜਿਹੇ ਖਾਸ ਲੋਕ ਨੇ, ਸ਼ਖਸੀਅਤਾਂ ਨੇ ਜਿਨੇ ਕਿ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਦੇ ਵਿੱਚੋਂ ਇੱਕ ਉੱਤਰ ਪ੍ਰਦੇਸ਼ ਦੇ ਵਿਧਾਇਕ ਵੀ ਨੇ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਔਰ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁੱਜਰ ਨੇ ਜਿਨ੍ਹਾਂ ਨੇ ਇਸ ਦੇ ਲਈ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਔਰ ਇੱਕ ਗੰਭੀਰ ਇਲਜ਼ਾਮ ਲਗਾਇਆ ਹੈਗਾ। ਸੋ ਕਈ ਤਰ੍ਹਾਂ ਦੇ ਨਾਲ ਇੱਕ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ, ਕਿਉਂ ਇਸ ਤਰ੍ਹਾਂ ਦੇ ਨਾਲ ਇਹ ਚੀਜ਼ ਨੂੰ ਪ੍ਰੈਜ਼ੈਂਟ ਕੀਤਾ ਗਿਆ ਜਿਸ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ। ਇਸ ਦੇ ਲਈ ਬਹੁਤ ਸਾਰੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸੋ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਿਉਂ ਹਰ ਵਾਰ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਹੈ, ਹਰ ਵਾਰ ਧਰਮ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ, ਅਜਿਹਾ ਕਰਨ ਵਾਲਿਆਂ ਤੇ ਕਿਉਂ ਨਹੀਂ ਹੁੰਦੀ ਕਾਰਵਾਈ, ਅਜਿਹਾ ਕਰਨ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ, ਕਿਉਂ ਨਹੀਂ ਬਣਾਇਆ ਜਾ ਰਿਹਾ ਇੱਕ ਵੱਖਰਾ ਸੈਂਸਰ ਬੋਰਡ। ਸੈਂਸਰ ਬੋਰਡ ਇੱਕ ਵੱਖਰਾ ਬਣਨਾ ਚਾਹੀਦਾ ਹੈ ਜਿਹੜਾ ਕਿ ਇਹਨਾਂ ਜਿਹੀਆਂ ਖਾਸ ਜੋ ਸੀਰੀਜ਼ ਹੋਵੇ ਜਾਂ ਫਿਰ ਫਿਲਮ ਹੋਵੇ ਉਹਨਾਂ ਨੂੰ ਵੇਖੇ, ਚੈੱਕ ਕਰੇ ਚੰਗੀ ਤਰ੍ਹਾਂ, ਉਸ ਤੋਂ ਬਾਅਦ ਪਾਸ ਕਰੇ। ਹਰ ਵਾਰ ਕਿਉਂ ਦੁਹਰਾਈ ਜਾਂਦੀ ਹੈ ਗਲਤੀ? ਇਹ ਸਭ ਵੱਡੇ ਸਵਾਲ ਨੇ। ਖਾਸ ਤੌਰ ਤੇ ਧਾਰਮਿਕ ਅਗਰ ਗੱਲ ਕਰੀਏ ਤਾਂ ਧਰਮ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਹਰ ਵਾਰ ਇਹੀ ਹੋ ਰਿਹਾ ਔਰ ਇਸ ਨੂੰ ਲੈ ਕੇ ਗਲਤੀ ਜਿਹੜੀ ਹੈ ਦੁਬਾਰਾ ਦੁਹਰਾਈ ਜਾ ਰਹੀ ਹੈ। ਕਿਉਂ ਅਜਿਹਾ ਹੋ ਰਿਹਾ ਹੈ? ਸਭ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ। ਮਸਲਾ ਬੇਹੱਦ ਹੀ ਗੰਭੀਰ ਹੈ। ਖਾਸ ਤੌਰ ਤੇ ਅਗਰ ਗੱਲ ਕਰੀਏ ਇਸ ਵੈਬ ਸੀਰੀਜ਼ ਦੀ ਪਾਤਾਲ ਲੋਕ ਦੀ, ਹਾਲਾਂਕਿ ਨਾਂ ਜਿਹੜਾ ਹੈ ਬਹੁਤ ਲੱਗਦਾ ਹੈਗਾ ਡੀਸੈਂਟ ਹੈ, ਜਿਸ ਦੇ ਵਿੱਚ ਕੁਝ ਅਜਿਹਾ ਦਿਖਾਇਆ ਜਾਵੇਗਾ ਜਿਸ ਦੇ ਵਿੱਚ ਕਾਫੀ ਜ਼ਿਆਦਾ ਅਜਿਹੀਆਂ ਚੀਜ਼ਾਂ ਹੋਣਗੀਆਂ ਜੋ ਸਿੱਖਣ ਲਈ ਹੋਣਗੀਆਂ। ਸੋ ਮਸਲਾ ਬੇਹੱਦ ਹੀ ਗੰਭੀਰ ਹੈ ਔਰ ਗੰਭੀਰ ਹੋਣਾ ਵੀ ਚਾਹੀਦਾ ਹੈ। ਸਵਾਲ ਇਹ ਸਾਰੇ ਵੱਡੇ ਨੇ, ਇਸ ਲਈ ਚਰਚਾ ਵੀ ਜ਼ਰੂਰ ਬਣਦੀ ਹੈ। ਸੋ ਸਾਡੇ ਨਾਲ ਕੁਝ ਖਾਸ ਮਹਿਮਾਨ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਾਂਗੇ। ਸਾਡੇ ਨਾਲ ਪੰਡਿਤ ਰਤਨੇਰਵਰ ਪੰਜਾਬੀ ਚਿੰਤਕ ਜਿਹੜੇ ਹੈਗੇ ਨੇ ਉਹ ਮੌਜੂਦ ਨੇ। ਉਸ ਤੋਂ ਬਾਅਦ ਹੋਰ ਵੀ ਖਾਸ ਮਹਿਮਾਨ ਜੁੜਨਗੇ, ਪਰ ਫਿਲਹਾਲ ਮੈਂ ਇਹਨਾਂ ਦਾ ਸਵਾਗਤ ਕਰਾਂਗੀ ਔਰ ਸਵਾਲ ਸਭ ਤੋਂ ਪਹਿਲਾਂ ਇਹਨਾਂ ਤੋਂ ਹੀ ਲਵਾਂਗੀ। ਜੀ ਅਗਰ ਪੰਡਿਤ ਜੀ ਗੱਲ ਕੀਤੀ ਜਾਵੇ ਤਾਂ ਵਾਰ-ਵਾਰ ਮਸਲੇ ਬਹੁਤ ਉੱਠਦੇ ਨੇ, ਪਰ ਖਾਸ ਤੌਰ ਤੇ ਇਸ ਪਾਤਾਲ ਲੋਕ ਸੀਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਦੇ ਬਾਬਤ ਕੀ ਕਹੋਗੇ? जी सब तो पहला लिविंग इंडिया न्यूज़ चैनल ਨੂੰ मैं बस शुक्रगुजार हाँ जिन्होंने इस मुद्दे ते चर्चा रखे है। बहुत महत्वपूर्ण मुद्दा है क्योंकि पातालोक वेब सीरीज़ एक वेब सीरीज़ है जो सेंसर बोर्ड तो पास नहीं होया। सब तो वड्डी गल ये है, मन मर्जी ये वेब सीरीज़ बना के चला रहे ने OTT प्लेटफॉर्म ते जो अमेजन प्राइम वीडियो ते। इस सीरीज़ ਦੇ ਵਿੱਚ 3 महत्वपूर्ण गलती कर ਦਿੱਤੇ ਨੇ ਪ੍ਰੋਡਿਊਸਰ ਡਾਇਰੈਕਟਰ ਨੇ। ਸਭ ਤੋਂ ਪਹਿਲਾਂ ਸਿੱਖ ਧਰਮ ਦੇ ਲੋਕਾਂ ਦੇ ਭਾਵਨਾ ਨੂੰ ਚੋਟ ਪਹੁੰਚਾਉਣ ਵਾਲਾ ਹਰਕਤ ਕੀਤੇ ਨੇ ਇਹਨਾਂ ਨੇ। ਜਿਵੇਂ ਇੱਕ ਸਿੱਖ ਇੱਕ ਔਰਤ ਨੂੰ ਬਲਾਤਕਾਰ ਕਰ ਰਿਹਾ ਜੀ, ਉਸ ਨੂੰ ਦੇਖ ਰਿਹਾ ਹੈ ਇੱਕ ਅੰਮ੍ਰਿਤਧਾਰੀ ਸਿੱਖ। ਇਹ ਹੋ ਹੀ ਨਹੀਂ ਸਕਦਾ ਕਿਉਂਕਿ ਅੰਮ੍ਰਿਤਧਾਰੀ ਸਿੱਖ ਜਿੱਥੇ ਹੋਵੇ ਉੱਥੇ ਔਰਤ ਦੀ ਬੇਇੱਜ਼ਤੀ ਹੋਵੇ, ਉਹ ਆਵਾਜ਼ ਨਾ ਉਠੇ, ਉਹ ਹੋ ਹੀ ਨਹੀਂ ਸਕਦਾ। ਕਿਉਂਕਿ ਪੰਜਾਬ ਦੀ ਸਿੱਖ ਇਤਿਹਾਸ ਕਹਿੰਦਾ ਹੈ ਜਿੱਥੇ ਜ਼ੁਲਮ ਹੋਵੇ ਸਿੱਖ ਸਿਧਾਂਤ ਕਹਿੰਦਾ ਹੈ ਆਵਾਜ਼ ਉੱਠਣਾ ਭਾਵੇਂ ਉਸ ਬਚਾਉਣ ਲਈ ਲੜਨਾ। ਇਹ ਸਿੱਖ ਧਰਮ ਦੀ ਸਿਧਾਂਤ ਹੈ। ਇਸ ਲਈ ਇਹ ਸੀਰੀਜ਼ ਸਿੱਖ ਧਰਮ ਦੇ ਸਿਧਾਂਤ ਦੇ ਖਿਲਾਫ ਹੈ। ਸਿੱਖ ਸਿਧਾਂਤ ਸਿੱਖ ਲੋਕਾਂ ਦੇ ਭਾਵਨਾ ਨੂੰ ਚੋਟ ਪਹੁੰਚਾਉਂਦੀ। ਦੂਜੀ ਗੱਲ ਇਹ ਹੈ ਇਸ ਪੂਰੇ ਵੀ ਸੀਰੀਜ਼ ਦੇ ਵਿੱਚ ਜਾਤੀਵਾਦ ਨੂੰ ਬਹੁਤ ਖਤਰਨਾਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਠੀਕ ਹੈ, ਕਿਵੇਂ? ਜਾਤੀ ਦੀ ਨਾਂ ਨੂੰ ਵਾਰ-ਵਾਰ ਵਰਤੋਂ ਕੀਤੀ ਜਾਂਦੀ ਹੈ ਵੈਬ ਸੀਰੀਜ਼ ਦੇ ਵਿੱਚ। ਉਸ ਸ਼ਬਦ ਨੂੰ ਵਰਤੋਂ ਕਰਕੇ ਉਸ ਨੂੰ ਨੀਵੇਂ ਪੱਧਰ ਤੇ ਦੇਖਿਆ ਜਾਂਦਾ ਹੈ। ਉਸ ਤੋਂ ਇਲਾਵਾ ਦਲਿਤ ਔਰਤ ਦੀ ਬਲਾਤਕਾਰ ਨੂੰ ਇੱਕ ਵੱਡੀ ਪੱਧਰ ਤੇ ਦਿਖਾਉਣ ਲਈ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ। ਇਸ ਤੋਂ ਇਲਾਵਾ ਮੈਡਮ ਸਭ ਤੋਂ ਵੱਡੀ ਹੋਰ ਇੱਕ ਗੱਲ ਹੈ ਗਾਲੀ ਗਲੋਚ। ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਗਾਲੀ ਗਲੋਚ ਹੈ। ਕੋਈ ਪੁੱਛਣ ਵਾਲਾ ਇਹਨਾਂ ਨੂੰ मन मर्जी शब्दावली जिथे मोबाइल हर थां ते हर बच्चे दे हाथ में आएगा, सारे देख रहे ने। ये सब बहुत सारे गलती हो चुके ने। मैनू लगता है अनुष्का शर्मा जो प्रोड्यूसर है उन्होंने वड्डे भरा भी हैगा करनेश शर्मा, ये दोनों मिलके ये पैसे कमाउण दे चक्कर दे विच इहो जिहा हरकत नहीं कर सकते। ये 3 मुद्दे ते मैं SC ST कमीशन ਨੂੰ ਲਿਖਿਆ ਹੈ ਖਤ, ਮਾਈਨੋਰਿਟੀ ਕਮਿਸ਼ਨ ਪੰਜਾਬ ਨੂੰ ਲਿਖਿਆ ਹੈ ਜੀ, ਔਮਨ ਕਮਿਸ਼ਨ ਨੂੰ ਲਿਖਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ SSP ਸਾਈਬਰ ਕ੍ਰਾਈਮ ਨੂੰ ਲਿਖਿਆ ਹੈ। ਸਾਰੇ ਕੰਮ ਕਰ ਰਹੇ ਨੇ।
ਮੈਨੂੰ ਲੱਗਦਾ ਹੈ ਚੰਡੀਗੜ੍ਹ ਪੁਲਿਸ ਸਭ ਤੋਂ ਵੱਡਾ ਕਾਰਵਾਈ ਕਰਨ ਵਾਲੀ ਹੈ ਸਾਈਬਰ ਕ੍ਰਾਈਮ ਵੱਲੋਂ ਬਹੁਤ ਜਲਦੀ ਛੇਤੀ। ਇਸ ਤੋਂ ਇਲਾਵਾ ਮਾਈਨੋਰਿਟੀ ਕਮਿਸ਼ਨ ਪੰਜਾਬ ਜਿੱਤੇ ਪ੍ਰੋਫੈਸਰ ਨਹਿਰ ਨੇ ਚੇਅਰਪਰਸਨ ਨੇ ਉਹਨਾਂ ਨੇ ਆਲਰੇਡੀ ਕਾਰਵਾਈ ਕਰ ਚੁੱਕੇ ਨੇ। ਮੇਰੇ ਕੰਪਲੇਂਟ ਤੇ ਉਹਨਾਂ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਭੇਜਿਆ ਹੈ। ਉਹ ਪੜਤਾਲ ਕਰਨਗੇ, ਇਹਨਾਂ ਦੇ ਖਿਲਾਫ ਪਰਚਾ ਦਰਜ ਹੋਏਗੀ, ਇਹਨਾਂ ਨੂੰ ਸਬਕ ਸਿਖਾਇਆ ਜਾਵੇਗਾ। ਮਨ ਮਰਜ਼ੀ ਤੁਸੀਂ ਵੈਬ ਸੀਰੀਜ਼ ਨਹੀਂ ਬਣਾ ਸਕਦੇ, ਬਣਾਓਗੇ ਜੇਲ੍ਹ ਜਾਓਗੇ। ਠੀਕ ਹੈ, ਠੀਕ ਹੈ। ਸਾਡੇ ਨਾਲ ਹੋਰ ਵੀ ਮਹਿਮਾਨ ਜੁੜ ਚੁੱਕੇ ਨੇ, ਉਹਨਾਂ ਦਾ ਨਿੱਘਾ ਸਵਾਗਤ ਕਰਾਂਗੇ। ਕਰਨੈਲ ਸਿੰਘ ਪੀਰ ਮੁਹੰਮਦ ਜੀ ਸਿੱਖ ਬੁੱਧੀਜੀਵੀ ਨੇ, ਬਹੁਤ ਬਹੁਤ ਸਵਾਗਤ ਹੈ। ਰਵਨੀਤ ਜੋਤ ਸਿੰਘ ਸ਼ਿਕਾਇਤਕਰਤਾ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸੋ ਕਰਨੈਲ ਸਿੰਘ ਜੀ, ਤੁਹਾਡੇ ਕੋਲ ਆਵਾਂਗੇ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਇਸ ਮਸਲੇ ਨੂੰ ਲੈ ਕੇ ਅੱਜ ਚਰਚਾ ਬੈਠਣੀ ਬਹੁਤ ਜ਼ਰੂਰੀ ਸੀਗੀ, ਕਿਉਂਕਿ ਇੱਕ ਸਭ ਤੋਂ ਵੱਡਾ ਇਲਜ਼ਾਮ ਰਵਨੀਤ ਸਿੰਘ ਜੀ ਦਾ ਥੋੜੀ ਦੇਰ ਪਹਿਲਾਂ ਮੇਰੀ ਗੱਲ ਹੋਈ ਸੀ ਫੋਨ ਲਾਈਨ ਤੇ, ਇਹ ਹੈਗਾ ਕਿ ਇਸ ਨੂੰ ਗੰਭੀਰਤਾ ਦੇ ਨਾਲ ਸਭ ਤੋਂ ਪਹਿਲਾਂ ਨਹੀਂ ਲਿਆ ਜਾ ਰਿਹਾ। ਤੁਸੀਂ ਕੀ ਕਹੋਗੇ? ਗੁਰਜੋਤ, ਇਹਦੇ ਵਿੱਚ ਬੜਾ ਕਲੀਅਰ ਹੈ ਕਿ ਜਿਹੜਾ ਇਹ ਪਤਾਲ ਲੋਕ ਹੈਗਾ ਸੀਰੀਅਲ, ਮੈਂ ਉਹਦੇ 9 ਐਪੀਸੋਡ ਦੇਖੇ ਨੇ ਔਰ ਉਸ ਦੇ ਵਿੱਚ ਬੜੇ ਹੀ ਸਾਜ਼ਿਸ਼ੀ ਢੰਗ ਦੇ ਨਾਲ ਇੱਕ ਕਮਿਊਨਿਟੀ ਨੂੰ ਦੂਸਰੀ ਕਮਿਊਨਿਟੀ ਦੇ ਨਾਲ ਨਫ਼ਰਤ ਪੈਦਾ ਕਰਨ ਦਾ ਇੱਕ ਸਿੱਧਾ ਜਿਹੜਾ ਪ੍ਰਭਾਵ ਜਿਹੜਾ ਉਹ ਨਜ਼ਰ ਆਉਂਦਾ ਔਰ ਬਿਨਾਂ ਕਿਸੇ ਕਾਰਨ ਤੋਂ ਇਸ ਤਰੀਕੇ ਦੇ ਨਾਲ ਉਹ ਸਟੋਰੀ ਨੂੰ ਤਿਆਰ ਕੀਤਾ ਗਿਆ ਹੈ ਕਿ ਜਿਹੜਾ ਕਿ ਫਿਰਕਿਆਂ ਦੇ ਵਿੱਚ ਇੱਕ ਨਫ਼ਰਤ ਫੈਲਾਈ ਜਾਵੇ। ਤੇ ਮੈਂ ਸਮਝਦਾ ਕਿ ਦੇਖੋ ਜਿਹੜਾ ਅੱਜ ਦਾ ਜ਼ਮਾਨਾ ਹੈ ਜਿੱਥੇ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਦੇ ਵਿੱਚ ਤੇ ਤੁਸੀਂ ਕਿਤੇ ਵੀ ਜਾ ਰਹੇ ਹੋ ਤੁਹਾਡੇ ਹੱਥ ਦੇ ਵਿੱਚ ਸੋਸ਼ਲ ਮੀਡੀਆ, ਤਾਂ ਅੱਜ ਜਦੋਂ ਦੁਨੀਆ ਦੇ ਵਿੱਚ ਪਹਿਲਾਂ ਹੀ ਨਫ਼ਰਤ ਦੇ ਬੋਲ ਜਿਹੜੇ ਆ ਉਹ ਲਗਾਤਾਰ ਜਾਰੀ ਰਹਿੰਦੇ ਨੇ ਤੇ ਅਜਿਹੇ ਦੇ ਵਿੱਚ ਜਦੋਂ ਤੁਸੀਂ ਇੱਕ ਕਲਪਿਤ ਕਹਾਣੀ ਬਣਾ ਕੇ ਤੇ ਉਸ ਨੂੰ ਇਸ ਤਰੀਕੇ ਨਾਲ ਪੇਸ਼ ਕਰੋ ਕਿ ਵਾਕਿਆ ਹੀ ਇਹ ਸਮਾਜ ਦੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੈ। ਮੈਂ ਤਾਂ ਇਹ ਗੱਲ ਕਹਿਣਾ ਕਿ ਜਿਵੇਂ ਪੰਡਿਤ ਸਾਹਿਬ ਨੇ ਕਿਹਾ, ਬਹੁਤ ਵਧੀਆ ਕੰਮ ਕਰਦੇ ਨੇ ਪੰਜਾਬੀ ਮਾਂ ਬੋਲੀ ਬਾਰੇ ਔਰ ਲੱਚਰਤਾ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਆ ਸਿੱਧੂ ਮੂਸੇਵਾਲੇ ਵਰਗਿਆਂ ਨੂੰ ਨੱਥ ਪਾਉਣ ਲਈ ਬੜੀਆਂ ਵਧੀਆ ਇਹਨਾਂ ਨੇ ਹੁਣ ਤੱਕ ਕਾਰਵਾਈਆਂ ਕੀਤੀਆਂ ਨੇ ਤੇ ਪਤਾਲ ਲੋਕ ਜੀ। ਸੋ ਕਿਤੇ ਨਾ ਕਿਤੇ ਸੰਪਰਕ ਟੁੱਟਦਾ ਹੋਇਆ ਨਜ਼ਰ ਆਇਆ। ਰਵਨੀਤ ਜੀ ਪਰ ਸਾਡੇ ਨਾਲ ਮੌਜੂਦ ਨੇ। ਰਵਨੀਤ ਜੀ, ਅੱਜ ਦੇ ਇਸ ਮਸਲੇ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਹੋਗੇ? ਕਿਉਂਕਿ ਪਾਤਾਲ ਲੋਕ ਦੀ ਗੱਲ ਕਰਦੇ ਆ, ਨਾਮ ਤਾਂ ਬਹੁਤ ਸੋਹਣਾ ਲੱਗਦਾ ਹੈ, ਕਾਫੀ ਕੁਝ ਇਸ ਦੇ ਵਿੱਚ ਚੰਗਾ ਵੀ ਹੋਏਗਾ, ਲੋਕਾਂ ਦੇ ਦੇਖਣ ਵਾਲਾ ਵੀ ਹੋਏਗਾ, ਪਰ ਜੋ ਦਰਸਾਇਆ ਗਿਆ ਹੈ ਸਿਰਫ ਇੱਕ ਜਣਾ ਨਹੀਂ, ਬਹੁਤ ਜਣੇ ਜਿਹੜੇ ਨੇ ਔਰ ਵਿਭਾਗ ਜਿਹੜੇ ਨੇ ਵੱਖੋ-ਵੱਖ ਲੋਕ ਸ਼ਿਕਾਇਤਾਂ ਕਰ ਰਹੇ ਨੇ। ਤੁਸੀਂ ਕੀ ਕਹੋਗੇ? ਦੇਖੋ, ਮੈਂ ਕਰਨੈਲ ਸਿੰਘ ਰਵਨੀਤ ਜੀ ਤੁਹਾਡੇ ਤੋਂ ਸਵਾਲ ਸੀਗਾ ਕਿਉਂਕਿ ਕਰਨੈਲ ਸਿੰਘ ਸ਼ਾਇਦ ਸੰਪਰਕ ਥੋੜਾ ਜਿਹਾ ਟੁੱਟਦਾ ਹੋਇਆ ਨਜ਼ਰ ਆਇਆ। हाँ जी रवनीत जी, आवाज सुन पा रहे हो? सो करनैल जी शायद सुन पा रहे ने आवाज, रवनीत जी नहीं सुन पा रहे। उन्हां दे कोल चलांगे। करनैल जी आवाज पहुंच रही है तुहाडे तक? सो नैटवर्किंग प्रॉब्लम किते ना किते दिक्कत दे रही है। सो पंडित जी साडे नाल पर लगातार मौजूद ने जो कि स्टूडियो विच ने साडे नाल। जी पंडित जी, जिस तरह दे नाल करनैल जी भी कह रहे सी और काफ़ी उन्होंने तुहाडी इत्थे शलाघा भी कीती है जो कदम चुक रहे हो। सब तो पहला अगर इस सीरीज़ की गल करते हैं तो इस दे विच काफ़ी लोगों ने जिहड़ा है वो शिकायत की है कि गोरख भाईचारा वो भी विरोध कर रहा है, उत्तर प्रदेश के विधायक का भी दोष है, सिख भाईचारा भी कंप्लेंट कर रहा है। क्यों लगता है इस तरह के नाल बार बार क्यों अजिहे मुद्दे चुके जाते हैं? मतलब किस चीज़ के वास्ते की चीज़ जी है? क्योंकि पैसा अनुष्का शर्मा की गल करिए घट नहीं है उन्होंने कोल, क्यों उन्होंने इस तरह के नाल कदम चुकया है? की चीज़ प्रेजेंट करनी सी उन्होंने? जी बिल्कुल, देखो अनुष्का शर्मा एक पंजाब तो है, ये पंजाबन है, इन्होंने पता होना चाहिए पंजाब दी इतिहास की है। इन्होंने एक वैब सीरीज दे तहत माता खीवी इतिहास ਨੂੰ ਦਰਸਾਉਣ ਦੀ ਲੋੜ ਸੀਗਾ ਇਹਨਾਂ ਨੂੰ। ਭਾਈ ਤਾਰੂ ਸਿੰਘ ਦੀ ਇਤਿਹਾਸ ਨੂੰ ਦੁਨੀਆ ਪਰ ਦੇ ਤੱਕ ਵੈਬ ਸੀਰੀਜ਼ ਬਣਾ ਕੇ ਦਰਸਾਉਣਾ ਸੀ ਇਹਨਾਂ ਦਾ ਕੰਮ ਸੀ ਅਨੁਸ਼ਕਾ ਸ਼ਰਮਾ ਦੀ ਪੰਜਾਬਨ ਹੋਣ ਦੇ ਨਾਤੇ। ਪਰ ਇਹਨਾਂ ਨੇ ਇਹੋ ਜਿਹਾ ਹਰਕਤ ਕਰਕੇ ਜੋ ਪੈਸੇ ਲਈ मुफ्ती शोहरत ਲਈ ਇਹੋ ਜਿਹਾ ਕੰਮ ਕਰਕੇ ਸਿੱਖ ਧਰਮ ਦੇ, ਨਾ ਸਿਰਫ ਸਿੱਖ ਧਰਮ ਦੇ ਬਹੁਤ ਸਾਰੇ ਲੋਕਾਂ ਦੇ ਪਾਵਨਾਂ ਨੂੰ ਚੋਟ ਪਹੁੰਚਾਏ ਨੇ।
ਮੁਸਲਿਮ ਧਰਮ ਦੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਇਸ ਪਾਤਾਲ ਲੋਕ ਦੇ ਸੀਰੀਜ਼ ਦੇ ਵਿੱਚ। ਜੀ ਕਹਿਣ ਦਾ ਭਾਵ ਹੈ ਤੁਹਾਡੇ ਇੱਕ ਪੁਆਇੰਟ ਇੱਥੇ ਲਿਖਿਆ ਹੈ ਸੈਂਸਰ ਬੋਰਡ ਹੋਵੇ, ਜੀ। ਮੈਂ ਇਹ ਬਹੁਤ ਸਪੋਰਟ ਕਰਦਾ ਹੈ ਜੇ ਸੈਂਸਰ ਬੋਰਡ ਹੋਵੇ, ਸੈਂਸਰ ਬੋਰਡ ਤੋਂ ਹੀ ਪਾਸ ਹੋਵੇ ਇਹ ਸਾਰੇ ਵੈਬ ਸੀਰੀਜ਼, ਫਿਰ ਅਸੀਂ ਨੱਥ ਪਾ ਸਕਦੇ ਹਾਂ। ਮੈਨੂੰ ਲੱਗਦਾ ਹੈ ਕਰਨਲ ਸਿੰਘ ਵਰਗੇ ਬੁੱਧੀਜੀਵੀ ਠੀਕ ਹੈ, ਪੰਜਾਬ ਦੇ ਵਿੱਚ ਠੀਕ ਬੈਠੇ ਹੈ। ਨੇ, ਉਹ ਜ਼ਰੂਰ ਆਵਾਜ਼ ਉਠੇਗੀ, ਸੈਂਸਰ ਬੋਰਡ ਬਣੇਗੀ, ਇਹ ਅਨੁਸ਼ਕਾ ਸ਼ਰਮਾ ਵਰਗੇ ਲੋਕ ਜੇਲ੍ਹ ਜਾਣਗੇ। ਠੀਕ ਹੈ। ਸੋ ਰਵਨੀਤ ਜੀ, ਮੈਂ ਤੁਹਾਡੇ ਕੋਲ ਆਵਾਂਗੀ ਔਰ ਥੋੜੀ ਜਿਹੀ ਗਲਤੀ ਦਰੁਸਤ ਕਰਾਂਗੀ। ਕਰਨੈਲ ਸਿੰਘ ਜੀ ਨੇ ਜੋ ਕਿ ਸਿੱਖ ਬੁੱਧੀਜੀਵੀ ਨੇ। ਰਵਨੀਤ ਜੀ ਕੀ ਕਹੋਗੇ? ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਲਿਵਿੰਗ ਇੰਡੀਆ ਨਿਊਜ਼ ਦਾ, ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮੁੱਦੇ ਨੂੰ ਪ੍ਰਮੁਖਤਾ ਨਾਲ ਚੱਕਿਆ ਹੈ। ਸ਼ੁਕਰੀਆ। ਤੇ ਨਾਲ ਹੀ ਮੈਂ ਇਹ ਚਾਹਾਂਗਾ ਕਿ ਜਿਹੜਾ ਇਹ ਮੁੱਦਾ ਹੈ, ਮੇਰੇ ਵੱਲੋਂ ਚਲੋ ਸ਼ਿਕਾਇਤ ਕੀਤੀ ਗਈ ਹੈ, ਪਰ ਮੈਂ ਇਸ ਤੋਂ ਪਹਿਲਾਂ ਵੇਟ ਕਰਦਾ ਰਿਹਾ ਵੀ ਸਾਡੀਆਂ ਸਿੱਖ ਸੰਸਥਾਵਾਂ ਇਸ ਮੁੱਦੇ ਨੂੰ ਚੱਕਣਗੀਆਂ, ਪਰ ਉਸ ਦੇਰੀ ਦੇ ਵਿੱਚ ਕਿਤੇ ਮੈਂ ਇਹ ਸੀਗਾ ਵੀ ਅਸੀਂ ਕਿਤੇ ਪਿੱਛੇ ਰਹਿ ਜਾਈਏ, ਕਿਉਂਕਿ ਸਾਡੇ ਤੋਂ ਪਹਿਲਾਂ ਵੀ ਨੇਪਾਲੀ ਕਮਿਊਨਿਟੀ ਨੇ ਆਲਰੇਡੀ ਅਨੁਸ਼ਕਾ ਸ਼ਰਮਾ ਤੇ ਜਿਹੜਾ ਸ਼ਿਕਾਇਤ ਦਰਜ ਕਰਵਾਈ ਹੈ। ਪਰੰਤੂ ਸਾਡੀਆਂ ਸਿੱਖ ਸੰਸਥਾਵਾਂ ਜਦੋਂ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਲੰਗਰ ਥਾਂ ਲਾ ਰਹੀਆਂ ਨੇ, ਤੇ ਇਹੋ ਜਿਹੀਆਂ ਥਾਵਾਂ ਤੇ ਖਾਲਸਾ ਏਡ ਵਰਗੀ ਸੰਸਥਾ ਜਿੱਥੇ ਲੋਕ ਪਹੁੰਚਣ ਤੋਂ ਵੀ ਡਰਦੇ ਨੇ, ਉੱਥੇ ਜਾ ਕੇ ਸਿਰਫ ਬਿਨਾਂ ਕਿਸੇ ਪੱਖਪਾਤ ਤੋਂ ਲੰਗਰ ਲਾ ਰਹੇ, ਤੇ ਸਾਨੂੰ ਆਪਣੇ ਦੇਸ਼ ਦੇ ਵਿੱਚ ਅਜਿਹੀ ਸਾਡੀ ਪ੍ਰੈਜੈਂਟੇਸ਼ਨ ਦੇਣੀ ਬਹੁਤ ਹੀ ਮਾੜੀ ਹੈ। ਤੇ ਉਹ ਵੀ ਸਾਡੇ ਦੂਜੇ ਕਮਿਊਨਲ ਜਿਹੜੇ ਇੱਕ ਤਰ੍ਹਾਂ ਦਾ ਦੰਗੇ ਭੜਕਾਉਣ ਵਾਲੀ ਗੱਲ ਕਰਨੀ, ਦੂਜੀਆਂ ਕਮਿਊਨਿਟੀ ਦੇ ਵਿੱਚ ਸਾਨੂੰ ਹਿੰਸਕ ਦਰਸਾਉਣਾ, ਇਹ ਬਹੁਤ ਗਲਤ ਹੈ ਜੋ ਵੀ ਦਰਸਾਇਆ ਗਿਆ। ਜੀ। ਸੋ ਰਵਨੀਤ ਜੀ, ਅਗਰ ਗੱਲ ਕਰਾਂ ਮੈਂ ਥੋੜਾ ਜਿਹਾ ਸ਼ਿਕਾਇਤ ਦੇ ਬਾਰੇ ਜਾਨਣਾ ਚਾਹਾਂਗੀ ਕਿ ਕੁਝ ਉਸ ਦੇ ਵਿੱਚ ਤੁਸੀਂ ਦਰਜ ਕੀਤਾ ਹੈਗਾ, ਕਿਉਂਕਿ 2-3 ਪੁਆਇੰਟ ਪੰਡਿਤ ਜੀ ਨੇ ਦੱਸੇ ਨੇ, ਉਸ ਦੇ ਵਿੱਚ ਇਸ ਦੇ ਵਿੱਚ ਜੋ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ, ਉਹ ਵੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਸਿੱਖ ਧਰਮ ਨੂੰ ਠੇਸ ਪਹੁੰਚਾਈ ਗਈ ਉਹ ਵੀ ਹੈਗਾ। ਸੋ 2-3 ਮਸਲੇ ਚੁੱਕੇ ਨੇ। ਸੋ ਤੁਹਾਡੀ ਸ਼ਿਕਾਇਤ ਦੀ ਗੱਲ ਕਰੀਏ ਤਾਂ ਕੀ ਉਸ ਦੇ ਵਿੱਚ ਦਰਜ ਕੀਤਾ ਗਿਆ? ਪੰਡਿਤ ਜੀ ਨੇ ਬਹੁਤ ਵਧੀਆ ਕਿਹਾ ਕਿ ਇਹਦੇ ਵਿੱਚ ਜਿਹੜੀ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਫਿਲਮ ਦੀ ਸਮਾਪਤੀ ਨਹੀਂ ਹੁੰਦੀ, ਉਦੋਂ ਤੱਕ ਮਾਵਾਂ ਭੈਣਾਂ ਦੀਆਂ ਗਾਲਾਂ ਹੀ ਚੱਲਦੀਆਂ ਨੇ। ਹਾਂਜੀ। ਠੀਕ, ਜੋ ਬਹੁਤ ਹੀ ਸਾਡੀ ਸੰਸਕ੍ਰਿਤੀ, ਸਾਡੀ ਸੱਭਿਅਤਾ ਦੇ ਵਿਰੁੱਧ ਹੈ। ਆਫਟਰ ਦੈਟ ਇੱਕ ਲਾਸਟ ਦੇ ਵਿੱਚ ਇੱਕ ਸੀਨ ਹੈ, ਰੇਪ ਸੀਨ, ਜਿਹਦੇ ਵਿੱਚ ਇੱਕ ਬੰਦਾ ਅਕੰਪਨੀਡ ਬਾਏ ਸਿੱਖ ਜਿਹਦੇ ਗਾਸਾ ਪਾਇਆ ਹੋਇਆ, ਸਾਡਾ ਧਾਰਮਿਕ ਚਿੱਤ ਆਇਆ ਹੋਇਆ, ਉਹਨੂੰ ਉਹੀ ਜਿਹੀ ਸੁਸਾਇਟੀ ਦੇ ਵਿੱਚ ਅਕੰਪਨੀਡ ਦਿਖਾਣਾ, ਉਹ ਸਭ ਤੋਂ ਮਾੜੀ ਗੱਲ। ਤੇ ਨਾਲ ਹੀ ਦਲਿਤਾਂ ਪ੍ਰਤੀ ਸਾਨੂੰ ਹਿੰਸਕ ਜੀ। ਠੀਕ ਹੈ। ਕਰਨੈਲ ਸਿੰਘ ਜੀ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਮੇਰੀ? ਹਾਂਜੀ, ਹਾਂ ਗੁਰਜੋਤ, ਮੈਂ ਆਵਾਜ਼। ਜੀ ਜੀ ਜੀ। ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਰਵਨੀਤ ਜੀ ਮੱਸਾ ਚੁੱਕ ਰਹੇ ਨੇ ਕਿ ਧਾਰਮਿਕ ਸੰਸਥਾਵਾਂ ਨੇ ਕਿਉਂ ਨਹੀਂ ਆਵਾਜ਼ ਬੁਲੰਦ ਕੀਤੀ, ਮੈਂ ਤੁਹਾਡੇ ਤੋਂ ਥੋੜਾ ਜਿਹਾ ਸਮਝਣਾ ਚਾਹਾਂਗੀ। ਆਖਿਰਕਾਰ ਕਾਫੀ ਦਿਨ ਹੋ ਚੁੱਕੇ ਨੇ, ਤੁਸੀਂ 9 ਦੀਆਂ 9 ਸੀਰੀਜ਼ ਦੇਖ ਲਈਆਂ, ਐਪੀਸੋਡਸ ਦੇਖ ਲਏ ਨੇ, ਬਹੁਤ ਲੰਮਾ ਸਮਾਂ ਹੋ ਚੁੱਕਿਆ ਹੈ, ਕਿਉਂ ਕਿਸੇ ਦੀ ਹਾਲੇ ਤੱਕ ਨਿਗਾਹ ਦੇ ਵਿੱਚ ਨਹੀਂ ਆਇਆ ਹੈਗਾ? ਸਿਰਫ ਡੀਐਸਜੀਐਮਸੀ ਨੇ ਆਵਾਜ਼ ਚੁੱਕੀ ਹੈਗੀ ਹੈ। 5 ਦਿਨ ਪਹਿਲਾਂ ਉਹ ਸਿਰਸਾ ਸਾਹਿਬ ਨੇ ਕੁਝ ਗੱਲਬਾਤ ਕੀਤੀ ਸੀ ਇਸ ਤੇ ਔਰ ਬੋਲਿਆ ਸੀਗਾ, ਪਰ ਐਸਜੀਪੀਸੀ ਦਾ ਗੱਲ ਕਰ ਰਹੀ ਹਾਂ ਮੈਂ। ਹਾਂਜੀ। ਨਹੀਂ, ਦੇਖੋ ਗੱਲ ਇਹ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਹਾਂਜੀ, ਇਹਨਾਂ ਨੂੰ ਅਸੀਂ ਵਾਰ-ਵਾਰ ਇਸ ਗੱਲ ਵਾਸਤੇ ਅਪੀਲ ਕੀਤੀ, ਕਿਉਂਕਿ ਸਿੱਖ ਕੌਮ ਦੀਆਂ ਵੱਡੀਆਂ ਸੰਸਥਾਵਾਂ ਨੇ, ਤੇ ਇਹਨਾਂ ਨੂੰ ਵਾਰ-ਵਾਰ ਗੱਲ ਕਹੀ ਹੈ ਕਿ ਤੁਸੀਂ ਸੈਂਟਰ ਦੇ ਵਿੱਚ ਬੈਠੇ ਹੋ। ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ, ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ। ਹਰ ਛੋਟੀ ਮੋਟੀ ਗੱਲ ਦੇ ਉੱਤੇ ਉਹ ਬੜੇ ਟਵੀਟ ਵੀ ਕਰਦੇ ਨੇ, ਕੇਂਦਰੀ ਮੰਤਰੀ ਨੂੰ ਵੀ ਮਿਲਦੇ ਨੇ, ਪ੍ਰਧਾਨ ਮੰਤਰੀ ਨੂੰ ਵੀ ਮਿਲਦੇ ਨੇ, ਤੇ ਜੋ ਵੀ ਕੁਝ ਸ਼ਰਾਰਤ ਹੁੰਦੀ ਹੋ ਤਾਂ ਦਿੱਲੀ ਤੋਂ ਹੀ ਰਹੀ ਹੈ। ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਸਿੱਖ ਕੌਮ ਨੂੰ ਟੈਸਟ ਕੀਤਾ ਜਾਂਦਾ, ਜਿਵੇਂ ਆਪਾਂ ਪੈਨਸਲੀਨ ਦਾ ਟੀਕਾ ਜਦੋਂ ਕਿਸੇ ਡਾਕਟਰ ਨੇ ਲਾਉਣਾ ਹੁੰਦਾ ਚੈੱਕ ਕੀਤਾ ਜਾਂਦਾ, ਇਸ ਤੋਂ ਵੱਡੀ ਗਲਤੀ ਤਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਆਪ ਕਰ ਗਏ ਨੇ। ਜਦੋਂ ਉਹਨਾਂ ਨੇ ਹਰਿਮੰਦਰ ਸਾਹਿਬ ਤੋਂ ਲੈ ਕੇ ਜਿੰਨੇ ਵੀ ਪਵਿੱਤਰ ਸਥਾਨ ਨੇ, ਜਿਵੇਂ ਗੁਰਦੁਆਰਾ ਬੰਗਲਾ ਸਾਹਿਬ ਹੈ, ਉਹਦੇ ਉੱਪਰ ਜਿਹੜਾ ਸੋਨਾ ਲੱਗਾ, ਤੇ ਉਹ ਪ੍ਰਧਾਨ ਮੰਤਰੀ ਨੂੰ ਰਿਆਂ ਦੇ ਰਹੇ ਨੇ ਕਿ ਲੈ ਵੀ ਤੁਸੀਂ ਜਿਹੜਾ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਜੀ ਕਿ ਉਹ ਸੋਨਾ ਜਿਹੜਾ ਪ੍ਰਧਾਨ ਮੰਤਰੀ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਵਾਲੇ ਜਿਹੜੇ ਵਿਅਕਤੀ ਨੇ, ਜਦੋਂ ਕੋਈ ਗੱਲ ਕਰਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਕੰਟਰੋਵਰਸੀ 'ਚ ਜਾਂ ਇਹ ਕੋਈ ਕ੍ਰੈਡਿਟ ਵਾਰਤਾ ਹੈ ਕਿ ਨਹੀਂ ਕਿ ਜੋ ਮਨਜਿੰਦਰ ਸਿੰਘ ਸਿਰਸਾ ਨੇ ਕਹਿਤੀ, ਕਰਨੈਲ ਸਿੰਘ ਪੀਰ ਮੁਹੰਮਦ ਨੇ ਜ਼ਰੂਰ ਉਹੀ ਗੱਲ ਕਰਨੀ ਹੈ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਇਹਨਾਂ ਨੂੰ ਵਾਕਿਆ ਹੀ ਪ੍ਰਧਾਨ ਮੰਤਰੀ ਇਹਨਾਂ ਦੀ ਗੱਲ ਮੰਨਦੇ ਆ, ਬੀਜੇਪੀ ਦੀ ਸਰਕਾਰ ਇਹਨਾਂ ਦੀ ਗੱਲ ਮੰਨਦੀ, ਹੁਣ ਤੱਕ ਸੈਂਸਰ ਬੋਰਡ ਕਿਉਂ ਨਹੀਂ ਬਣਾ ਸਕੇ, ਜਿਹੜਾ ਕਿ ਘੱਟ ਗਿਣਤੀ ਕੌਮਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਉਹਨਾਂ ਵਿੱਚ ਬਿਠਾਇਆ ਜਾਵੇ, ਭਾਵੇਂ ਸਿਰਸਾ ਸਾਹਿਬ ਹੀ ਉੱਥੇ ਬੈਠ ਜਾਣ, ਪਰ ਕੋਈ ਨਾ ਕੋਈ ਇਸ ਤਰ੍ਹਾਂ ਗੱਲ ਤਾਂ ਕਰਨ। ਦੇਖੋ, ਅਸੀਂ
ਪਿੱਛੇ ਸਨ ਆਫ ਸਰਦਾਰ ਫਿਲਮ ਬਣੀ ਸੀ ਹਾਂਜੀ ਔਰ ਉਸ ਫਿਲਮ ਦੇ ਜਿਹੜੇ ਹੈਗੇ ਸਨ ਅਜੇ ਦੇਵਗਨ ਤੇ ਉਹਦੇ ਜਿਹੜੇ ਹੈਗੇ ਸਨ ਡਾਇਰੈਕਟਰ, ਉਹਨਾਂ ਦੋਵਾਂ ਨੂੰ ਅੰਮ੍ਰਿਤਸਰ ਸਾਹਿਬ ਆਮੋ ਸਾਹਮਣੇ ਮੇਰੇ ਬੈਠੇ ਸਨ ਔਰ ਉਹਨਾਂ ਨੂੰ ਬਕਾਇਦਾ ਮਾਫੀ ਮੰਗਾਈ ਗਈ ਸੀ ਔਰ ਇੱਥੇ ਸਾਡੀ ਗੱਲ ਮੰਨ ਕੇ ਗਏ ਸਨ ਕਿ ਵਾਕਿਆ ਹੀ ਅਸੀਂ ਗਲਤੀ ਕੀਤੀ ਤੇ ਅਸੀਂ ਉਹ ਸਾਰੇ ਸੀਨ ਕੱਟਦੇ ਹਾਂ। ਤੇ ਅਸੀਂ ਅਜੇ ਦੇਵਗਨ ਦੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਮੁੰਬਈ ਤੋਂ ਚੱਲ ਕੇ ਆਏ ਹੋ, ਤੁਸੀਂ ਸਾਡੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਤੇ ਜਿਹੜੀਆਂ 4-5 ਗਲਤੀਆਂ ਤੁਸੀਂ ਕੀਤੀਆਂ ਉਹਨਾਂ ਦੇ ਵਿੱਚ ਸੁਧਾਰ ਕਰ ਲਿਆ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਜਿਹੜੇ ਅਧਿਕਾਰ ਰੱਖਦੇ ਨੇ ਇਸ ਗੱਲ ਦਾ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਿਲ ਪਾਵਰ ਜਿਹੜੀ ਹੈ, ਇੱਛਾ ਸ਼ਕਤੀ ਜਿਹੜੀ ਹੈ, ਉਹ ਇਸ ਕਦਰ ਵਧਾਉਣ ਕਿ ਉਹ ਜਿਹੜੀ ਕੌਮ ਦੇ ਨਾਲ ਵਾਰ-ਵਾਰ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦਾ ਉਹ ਯਤਨ ਕਰਨ, ਪਰ ਉਹ ਨਹੀਂ ਹੋ ਰਿਹਾ। ਤੇ ਜਿਹੜੀਆਂ ਗੱਲਾਂ ਪੰਡਿਤ ਜੀ ਨੇ ਕਹੀਆਂ ਨੇ, ਰਵਨੀਤ ਜੋਤ ਸਿੰਘ ਜੀ ਨੇ ਕਹੀਆਂ ਨੇ, ਮੈਂ ਦੇਖਦਾ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਹਰ ਵਕਤ ਚੋਪ ਲਾਈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਫਿਰ ਸਾਨੂੰ ਇਹ ਗੱਲ ਕਿਹਾ ਜਾਂਦਾ ਜੀ ਕਿ ਤੁਹਾਡੀਆਂ ਭਾਵਨਾਵਾਂ ਕਿਉਂ ਭੜਕਦੀਆਂ ਨੇ। ਇਹ ਗੱਲਾਂ ਹਿੰਦੂ ਸੀਰੀਅਲ ਜਿਹੜੇ ਬਣਦੇ ਨੇ ਉਹਨਾਂ ਦੇ ਵਿੱਚ ਵੀ ਬੜਾ ਕੁਝ ਕੀਤਾ ਜਾਂਦਾ, ਉਹ ਤਾਂ ਇਸ ਤਰ੍ਹਾਂ ਦਾ ਤਾਜ ਨਹੀਂ ਠਾਉਂਦੇ। ਵੱਖਰੀ ਗੱਲ ਹੈ ਕੋਈ ਧਰਮ ਨਾ ਠਾਵੇ, ਪਰ ਸਿੱਖ ਕੌਮ ਕੀ ਹੈ, ਉਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਅਸੀਂ ਪਹਿਲਾਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ, ਪਰ ਜੇਕਰ ਸਾਡੇ ਨਾਲ ਧੱਕਾ ਹੁੰਦਾ ਤੇ ਅਸੀਂ ਉਹਦੇ ਵਿਰੁੱਧ ਹਰ ਪੱਧਰ ਤੇ ਜਾਂਦੇ ਆ। ਉਹੀ ਜਾਣਨਾ ਚਾਹਾਂਗੀ ਕਰਨੈਲ ਸਿੰਘ ਜੀ, ਅਗਰ ਗੱਲ ਕਰੀਏ ਤਾਂ ਕਿਉਂ ਵਾਰ-ਵਾਰ ਇਸ ਤਰ੍ਹਾਂ ਦੇ ਨਾਲ ਇਹੀ ਕੁਝ ਵਿਖਾਇਆ ਜਾ ਰਿਹਾ ਹੈ? ਅਸੀਂ ਮਤਲਬ ਕਮਜ਼ੋਰੀ ਕਿੱਥੇ ਮੰਨ ਰਹੇ ਹਾਂ? ਕਿਉਂਕਿ ਅਗਰ ਸਿਰਸਾ ਸਾਹਿਬ ਦੀ ਗੱਲ ਕਰਦੇ ਹਾਂ, ਤੁਸੀਂ ਠੀਕ ਹੈ, ਤੁਹਾਡਾ ਪੱਖ ਇੱਕ ਰੱਖਿਆ ਜਾ ਰਿਹਾ ਕਿ ਉਹਨਾਂ ਨੂੰ ਇੱਕ ਅਲੱਗ ਤੋਂ ਬੇਨਤੀ ਕੇਂਦਰ ਨੂੰ ਕਰਨੀ ਚਾਹੀਦੀ ਹੈ, ਪਰ ਜਿੱਥੋਂ ਤੱਕ ਉਹਨਾਂ ਦਾ ਵਸ ਚੱਲਦਾ ਉਹਨਾਂ ਨੇ ਗੱਲਬਾਤ ਕੀਤੀ ਔਰ ਆਪਣੀ ਆਵਾਜ਼ ਬੁਲੰਦ ਕਰੀ ਹੈ, ਇੱਕ ਸਟੇਟਮੈਂਟ ਦਿੱਤੀ ਹੈਗੀ ਹੈ। ਪਰ ਕਮੀ ਦੀ ਗੱਲ ਕਰੀਏ ਤਾਂ ਕਿੱਥੇ ਹੈਗੀ ਹੈ? ਇੱਕ ਸਟਰੋਂਗ ਤਰੀਕੇ ਦੇ ਨਾਲ ਅਸੀਂ ਕਿਉਂ ਨਹੀਂ ਰੱਖ ਪਾਉਂਦੇ? ਵਾਰ-ਵਾਰ ਗਲਤੀਆਂ ਕਰਕੇ ਜ਼ਰੂਰੀ ਹੈ ਕਿ ਵਾਰ-ਵਾਰ ਗਲਤੀਆਂ ਕਰਕੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਵੋ? ਵਾਰ-ਵਾਰ ਇਸੇ ਦੇ ਨਾਲ ਹੋ ਰਿਹਾ। ਸਿੱਧੂ ਮੂਸੇਵਾਲਾ ਦੀ ਗੱਲ ਕਰੀਏ, ਆਪਣੇ ਪੰਜਾਬੀਆਂ ਦੀ ਗੱਲ ਕਰ ਲਈਏ, ਅਸੀਂ ਬੇਸ਼ੱਕ ਦੂਰ ਤੱਕ ਨਾ ਹੀ ਜਾਈਏ। ਦੇਖੋ ਇੱਕ ਤਾਂ ਗੱਲ ਇਹ ਆ ਕਿ ਇਹ ਜਿਹੜਾ ਮਾਫੀਆਂ ਦਾ ਰਿਵਾਜ ਚੱਲਿਆ ਹੋਇਆ ਨਾ, ਇਹ ਇਹਨਾਂ ਲੋਕਾਂ ਨੂੰ ਬੜੀ ਫਿੱਟ ਬੈਠਦੀ ਏ ਕਿ ਕੋਈ ਵੀ ਗਲਤੀ ਕਰੋ, ਗਲਤੀ ਕਰਨ ਤੋਂ ਬਾਅਦ ਜਦੋਂ ਤੁਹਾਡਾ ਹੋ ਜਾਵੇ, ਮਸਲਾ ਬਹੁਤ ਦੂਰ ਤੱਕ ਚਲਾ ਜਾਵੇ, ਤੁਹਾਨੂੰ ਪ੍ਰਸਿੱਧੀ ਮਿਲੇ, ਹੋਰ ਤੁਸੀਂ ਕੰਟਰੋਵਰਸੀ ਚ ਆ ਜਾਓ, ਤੁਹਾਨੂੰ ਲੋਕ ਜਾਣਨ ਲੱਗਣ, ਤੇ ਇਹ ਇੱਕ ਬੜਾ ਸੌਖਾ ਤੇ ਸਰਲ ਤਰੀਕਾ ਲੋਕਾਂ ਨੇ ਸਮਝ ਲਿਆ ਕਿ ਇਸ ਤਰ੍ਹਾਂ ਦੇ ਨਾਲ ਅਸੀਂ ਲਾਈਮਲਾਈਟ ਹੋ ਜਾਂਦੇ ਆ। ਪਰ ਨਹੀਂ, ਇਤਿਹਾਸ ਜਿਹੜਾ ਹੈ ਉਹ ਕਿਸੇ ਨੂੰ ਬਖਸ਼ਦਾ ਨਹੀਂਗਾ। ਬੰਦੇ ਦਾ ਪਤਾ ਨਹੀਂ ਕਿ ਕੱਲ ਨੂੰ ਇੱਕ ਹੁਣ ਬੱਚਾ, ਤੁਸੀਂ ਦੇਖੋ ਇੱਕ ਨੂਰ ਟਿਕਟੌਕ ਦੇ ਉੱਤੇ ਬੱਚੀ ਆ ਰਹੀ, ਉਹਨੂੰ ਅੱਜ ਕੋਈ ਪਤਾ ਨਹੀਂ ਹੈਗਾ ਕਿ ਉਸ ਨੇ ਕੀ ਬੋਲਣਾ ਜਾਂ ਕੀ ਕਹਿਣਾ ਜਾਂ ਕੀ ਗੱਲ ਕਰਨੀ ਹੈ। ਉਹ ਜਿਹੜੇ ਪਿੱਛੇ ਉਹਨਾਂ ਦੇ ਡਾਇਰੈਕਟਰ ਨੇ ਜਾਂ ਜਿਹੜੇ ਉਹਨਾਂ ਨੂੰ ਲੋਕ ਸਮਝਾਉਂਦੇ ਨੇ, ਕੋਈ ਵੀ ਡਾਇਲੌਗ ਉਹ ਬੋਲਦੇ ਨੇ, ਪਰ ਉਹ ਬੱਚੀ ਦੇ ਕੋਲ ਟੈਲੈਂਟ ਬਹੁਤ ਵੱਡਾ, ਪਰ ਉਸ ਨੂੰ ਜੋ ਉਹਦੇ ਕੋਲ ਬੁਲਾਇਆ ਜਾ ਰਿਹਾ ਉਹ ਮਿਆਰ ਇੰਨਾ ਨੀਵੇਂ ਪੱਧਰ ਦਾ ਹੈ ਕਿ ਸਾਡੇ ਮਾਪਿਆਂ ਨਾਲ ਇੱਕ ਬੱਚੇ ਨੇ ਕਿਵੇਂ ਬੋਲਣਾ ਹੈ, ਕਿਵੇਂ ਉਹਨੇ ਆਪਣੇ ਮਾਪਿਆਂ ਨੂੰ ਸਤਿਕਾਰ ਦੇਣਾ, ਉਹ ਜਿਹੜੇ ਸ਼ਬਦ ਨੇ ਉਹ ਸ਼ਬਦਾਵਲੀ ਬੜੀ ਊਲ ਜਲੂਲ ਵਾਲੀ ਭਾਸ਼ਾ ਵਾਲੀ ਹੈ। ਇਸੇ ਤਰ੍ਹਾਂ ਇਸੇ ਤਰ੍ਹਾਂ ਦੇ ਬੱਚੇ ਨੂੰ ਫੜ ਕੇ ਕੋਈ ਬੰਦਾ ਆਪਣੀ ਕੰਟਰੋਵਰਸੀ ਪੈਦਾ ਕਰਨੀ ਚਾਹਵੇ, ਜਿਵੇਂ ਪਤਾਲ ਲੋਕ ਦੇ ਵਿੱਚ ਅਨੂਪ ਸਾਹਿਬ ਨੇ ਕੀਤੀ ਗੱਲ, ਇਹੋ ਜੀ ਗੱਲ ਕੋਈ ਇਹੋ ਜੀ ਬੱਚੀ ਕੋਲ ਵੀ ਕਰਵਾ ਸਕਦਾ ਤੇ ਕੀ ਅਸੀਂ ਉਸ ਬੱਚੀ ਨੂੰ ਦੋਸ਼ੀ ਮੰਨਾਂਗੇ? ਇਹ ਜਿਹੜੀ ਪਿੱਛੇ ਮਾਨਸਿਕਤਾ ਹੈ, ਜਿਹੜੀ ਮਾਨਸਿਕਤਾ, ਪਰ ਨਹੀਂ ਇਸ ਤੇ ਵੀ ਕੁਝ ਸਵਾਲ ਹੈ ਕਰਨੈਲ ਸਿੰਘ ਜੀ। ਕਰਨੈਲ ਸਿੰਘ ਜੀ, ਤੁਸੀਂ ਜ਼ਿਕਰ ਕਰ ਰਹੇ ਸੀ ਇੱਕ ਨੂਰ ਬੱਚੀ ਦੀ ਉਦਾਹਰਨ ਦੇ ਕੇ ਕਿ ਉਸ ਨੂੰ ਨਹੀਂ ਪਤਾ ਉਸਨੇ ਕੀ ਕਰਨਾ ਹੈ, ਬੱਚੇ ਦਾ ਸਮਝ ਸਕਦੇ ਹਾਂ, ਪਰ ਜਿਹੜੇ ਪਾਤਰ ਉਸਦੇ ਵਿੱਚ ਹੈਗੇ ਨੇ, ਜਿਨ੍ਹਾਂ ਨੇ ਕਰੈਕਟਰ ਪਲੇ ਕੀਤਾ, ਖਾਸ ਤੌਰ ਤੇ ਉਹ ਅੰਮ੍ਰਿਤਧਾਰੀ ਜੋ ਨੌਜਵਾਨ ਹੈ, ਮਤਲਬ ਮੈਂ ਕੀ ਕਰ ਰਹੀ ਹਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ। ਅਸੀਂ ਬੱਚੇ ਨਹੀਂ ਆ, ਅਗਰ ਕੋਈ ਵੱਡਾ ਕੋਈ ਕਰੈਕਟਰ ਪਲੇ ਕਰ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ। ਨਹੀਂ ਲੱਗਦਾ ਤੁਹਾਨੂੰ ਉਹ ਬਰਾਬਰ ਦੇ ਜ਼ਿੰਮੇਵਾਰ ਨੇ? ਦੇਖੋ ਇਹੋ ਹੀ ਤਾਂ ਗੱਲ ਏ। ਮੈਂ ਕਈ ਵਾਰ ਵੇਖਦਾ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਚੱਲ ਰਹੇ ਹੁੰਨੇ ਆ, ਕਈ ਸਾਡੇ ਆਪਣੇ ਲੋਕ ਹੀ ਸਾਡੇ ਆਪਣੇ ਧਰਮ ਦੇ ਉੱਤੇ ਕਈ ਤਰ੍ਹਾਂ ਦੀ ਇੱਕ ਹਾਸੇ ਮਜ਼ਾਕ ਦੇ ਵਿੱਚ ਕੁਝ ਸ਼ਬਦ ਇਸ ਤਰ੍ਹਾਂ ਦੇ ਬੋਲ ਜਾਂਦੇ ਨੇ, ਜਦੋਂ ਕੋਈ ਉਹ ਦੂਸਰੇ ਧਰਮ ਦਾ ਬੰਦਾ ਬੋਲਦਾ ਤਾਂ ਸਾਨੂੰ ਬੜੇ ਪਿੰਚ ਕਰਦੇ ਆ। ਤੇ ਇਸ ਕਰਕੇ ਅਸੀਂ ਇੱਕ ਸਿਆਣਿਆਂ ਦਾ ਖਾਣ ਏ, ਪਹਿਲਾਂ ਤੋਲੋ ਫਿਰ ਬੋਲੋ, ਕਿ ਅਸੀਂ ਕੋਈ ਵੀ ਗੱਲ ਕਰਦੇ ਆ ਤੇ ਉਹ ਸਾਡੀ ਦੂਰ ਤੱਕ ਜਾ ਰਹੀ ਏ। ਸੋ ਇਹੋ ਹੀ ਮੈਂ ਗੱਲ ਕਹਿਣੀ ਚਾਹਾਂਗਾ, ਚਾਹੇ ਕੋਈ ਛੋਟੇ ਪਲੇਟਫਾਰਮ ਤੇ ਆ ਤੇ ਚਾਹੇ ਕੋਈ ਬਹੁਤ ਵੱਡੇ ਪਲੇਟਫਾਰਮ ਤੇ ਆ, ਜਦੋਂ ਵੀ ਉਹ ਕੋਈ ਸੀਰੀਅਲ ਬਣਾਉਂਦਾ ਹੈ, ਕੋਈ ਫਿਲਮ ਬਣਾਉਂਦਾ ਹੈ, ਜਾਂ ਈਵਨ ਮੈਂ ਤੁਹਾਡੇ ਨਾਲ ਵੀ ਸੰਬੰਧਿਤ ਗੱਲ ਕਹਾਂਗਾ ਕਿ
ਕਿ ਆਪਣਾ ਮੀਡੀਆ ਦਾ ਇੱਕ ਜਿਹੜਾ ਵੱਡਾ ਹਿੱਸਾ ਜਦੋਂ ਨੈਸ਼ਨਲ ਪੱਧਰ ਦੇ ਉੱਤੇ ਜਾਂ ਖੇਤਰੀ ਪੱਧਰ ਦੇ ਉੱਤੇ ਕੋਈ ਨਿਊਜ਼ ਤਿਆਰ ਕਰ ਰਿਹਾ ਹੁੰਦਾ ਤਾਂ ਉਹ ਪਬਲਿਸ਼ ਹੋਣੀ ਹੈ, ਤਾਂ ਉਸ ਦੇ ਮੂੰਹ ਦੇ ਵਿੱਚੋਂ ਜਿਹੜੇ ਬੋਲ ਨਿਕਲਨੇ ਆ ਉਸ ਵਕਤ ਉਸ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਕਈ ਧਰਮਾਂ ਦੇ ਲੋਕਾਂ ਨੇ, ਕਈ ਤਰ੍ਹਾਂ ਦੇ ਲੋਕਾਂ ਦੀ ਸੈਂਟੀਮੈਂਟਸ ਦੇ ਨਾਲ ਹਾਰਟ ਵੀ ਹੋ ਸਕਦੇ ਨੇ। ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਆਪਾਂ ਅਕਸਰ ਹੀ ਦੇਖਦੇ ਹਾਂ ਕਿ ਆ ਜਦੋਂ ਕਰੋਨਾ ਵਾਇਰਸ ਦਾ ਕਹਿਰ ਚੱਲਿਆ ਤੇ ਅਸੀਂ ਉਸ ਨੂੰ ਧਰਮ ਦੇ ਨਾਲ ਜੋੜ ਕੇ ਵੀ ਕਈ ਟੀਵੀ ਚੈਨਲਾਂ ਨੇ ਦਿਖਾਇਆ ਕਿ ਕਰੋਨਾ ਵਾਇਰਸ ਜਿਹੜਾ ਪੀੜਤ ਹੈ, ਜਿਵੇਂ ਹੁਣੇ ਤੁਸੀਂ ਕੁਝ ਮਿੰਟ ਪਹਿਲਾਂ ਖਬਰ ਦਿਖਾਈ ਹੈ, ਤਾਂ ਉਹ ਤਾਂ ਇੱਕ ਪੀੜਤ ਹੈ, ਉਹਦਾ ਕੋਈ ਧਰਮ ਨਹੀਂ। ਉਹ ਕਿਸੇ ਨੂੰ ਵੀ, ਉਹਨੇ ਸਿੱਖ ਨੂੰ ਵੀ ਪ੍ਰਭਾਵਿਤ ਕਰਨਾ, ਉਹਨੇ ਹਿੰਦੂ ਨੂੰ ਵੀ ਪ੍ਰਭਾਵਿਤ ਕਰਨਾ, ਉਹਨੇ ਮੁਸਲਮਾਨ ਨੂੰ ਵੀ ਪ੍ਰਭਾਵਿਤ ਕਰਨਾ। ਪਰ ਇੱਕ ਚੀਜ਼ ਜਦੋਂ ਇੱਕ ਮਾਈਂਡ ਸੈਟਅਪ ਹੈ ਕਿ ਕਿਸੇ ਨੂੰ ਬਦਨਾਮ ਕਰਨ ਵਾਸਤੇ ਕਿਸੇ ਧਰਮ ਨਾਲ ਜੋੜ ਕੇ ਗੱਲ ਜਾਂ ਇਸ ਤਰ੍ਹਾਂ ਦੀ ਖੁੰਦਕਬਾਜ਼ੀ ਕਰਨੀ, ਮੈਂ ਸਮਝਣਾ ਕਿ ਇਹ ਜਿਹੜੀ ਡਾਇਰੈਕਟਰ ਹੈ, ਪ੍ਰੋਡਿਊਸਰ ਹੈ, ਇਹਨੇ ਜਾਣਬੁੱਝ ਕੇ ਕੀਤਾ। ਔਰ ਇਸ ਲਈ ਅਸੀਂ 295 ਇਹ ਤਹਿਤ ਵੀ ਮੈਂ ਕਹਾਂਗਾ ਪੰਡਿਤ ਰਾਓ ਧਨੇਵਰ ਜਿਹੜੇ, ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਹੀ ਕੇਸ ਨੂੰ ਦੇਖਿਆ, ਸ਼ਿਕਾਇਤਕਰਤਾ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ 295 ਇਹ ਤਹਿਤ ਵੀ ਇਹਨਾਂ ਤੇ ਕਾਰਵਾਈ ਜਿਹੜੀ ਬਣਦੀ ਏ, ਕਿਉਂਕਿ ਇਹਨਾਂ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਕੀਤੀ। ਦੂਸਰੀ ਗੱਲ, ਇਹ ਹਰਿਆਣੇ ਨਾਲ ਸੰਬੰਧਿਤ ਇੱਕ ਜਾਟ ਨੇ, ਇੱਕ ਜੱਟ ਨੇ, ਇਹ ਦੋ ਤਰ੍ਹਾਂ ਦੇ ਫਿਰਕੇ ਨੇ। ਜਦੋਂ ਕਿ ਉੱਥੇ ਉਹਨਾਂ ਨੂੰ ਜਾਟ ਕਿਹਾ ਜਾਂਦਾ, ਇੱਥੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੂੰ ਜੱਟ ਕਿਹਾ ਜਾਂਦਾ। ਲੇਕਿਨ ਇਹਨਾਂ ਦਾ ਧਰਮ ਕਿਸੇ ਦਾ ਹਿੰਦੂ ਨਾਲ ਸੰਬੰਧ ਰੱਖਦੇ ਆ, ਜੱਟ ਜਿਹੜੇ ਬਹੁਤੇ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ। ਲੇਕਿਨ ਇਹਨੂੰ ਇਸ ਤਰੀਕੇ ਨਾਲ ਬੜੀ ਹੁਸ਼ਿਆਰੀ ਦੇ ਨਾਲ ਪੇਸ਼ ਕੀਤਾ ਗਿਆ ਕਿ ਜੇ ਹਰਿਆਣੇ ਵਾਲਿਆਂ ਨੂੰ ਫਿੱਟ ਬੈਠ ਜੇ ਤਾਂ ਉਹ ਚੁੱਪ ਰਹਿ, ਜੇ ਪੰਜਾਬ ਦੇ ਜੱਟਾਂ ਨੂੰ ਫਿੱਟ ਕਰ ਜੇ ਤੇ ਉਹ ਇਸ ਗੱਲ ਨੂੰ ਉਸ ਤਰੀਕੇ ਨਾਲ ਲੈਣ। ਪਰ ਸਾਡੇ ਦੁਆਬੇ ਵਿੱਚ ਵੱਡੀ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇਹ ਦਲਿਤ ਭਾਈਚਾਰਾ ਹੈ ਔਰ ਉਸ ਦੇ ਨਾਲ ਕਿਤੇ ਵੱਖਰੀ ਗੱਲ ਹੈ, ਮਾਈਨਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਹੋ ਸਕਦੀਆਂ ਨੇ, ਕੋਈ ਇੱਕ ਵਿਅਕਤੀ ਨੇ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ, ਪਰ ਪੂਰਾ ਸਮਾਜ ਜਿਹੜਾ ਉਹ ਇੱਕ ਦੂਜੇ ਪ੍ਰਤੀ ਰਿਸਪੈਕਟ ਰੱਖਦਾ, ਬੜੀ ਇੱਜ਼ਤ ਦਿੰਦਾ। ਔਰ ਇਹੋ ਜਿਹੀਆਂ ਘਟਨਾਵਾਂ ਉਹੀ ਸਵਾਲ ਹੈ ਨਾ। ਹਾਂਜੀ ਕਰਨੈਲ ਸਿੰਘ ਜੀ, ਪੀੜ੍ਹੀ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਦੀ। ਉਹੀ ਸਵਾਲ ਹੈ ਕਿ ਕਿਉਂ ਉਹ ਚੀਜ਼ਾਂ ਨੂੰ ਘੁਮਾ ਫਿਰਾ ਕੇ, ਮਤਲਬ ਤੁਸੀਂ ਪੇਸ਼ ਕੀ ਕਰਨਾ ਚਾਹੁੰਦੇ ਹੋ, ਸਭ ਤੋਂ ਵੱਡੀ ਗੱਲ ਕਹਿਣਾ ਕੀ ਚਾਹੁੰਦੇ ਹੋ, ਇਹ ਸਭ ਦਾ ਵੱਡਾ ਸਵਾਲ ਹੈ। ਰਵਨੀਤ ਜੀ, ਅਗਰ ਗੱਲ ਕਰੀਏ, ਪਹਿਲੀ ਗੱਲ ਤਾਂ ਸ਼ਲਾਘਾਯੋਗ ਹੈ ਤੁਸੀਂ ਸ਼ਿਕਾਇਤ ਕੀਤੀ ਹੈਗੀ ਹੈ, ਕਿਉਂਕਿ ਇੱਕ ਮੁੱਦਾ ਚੱਕਿਆ ਜਾਏਗਾ, ਸ਼ਾਇਦ ਤਾਂ ਹੀ ਕੁਝ ਹੋ ਸਕਦਾ ਹੈ। ਸੋ ਇੱਕ ਮਸਲਾ ਇਹਨਾਂ ਨੇ ਦੱਸਿਆ ਹੈਗਾ, ਸ਼ਾਇਦ ਜਾਣਕਾਰੀ ਮੇਰੇ ਕੋਲ ਨਹੀਂ ਹੈ ਉਸਦੀ, ਕਿ ਸੈਂਸਰ ਬੋਰਡ ਤੋਂ ਇਹ ਪਾਸ ਨਹੀਂ ਹੋਈ ਸੀਰੀਜ਼। ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ? ਕਿਉਂ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ, ਖਾਸ ਤੌਰ ਤੇ ਵੈਬ ਸੀਰੀਜ਼ ਜਿਹੜੀਆਂ ਹੈਗੀਆਂ ਨੇ, ਜੋ ਵੀ ਚੀਜ਼ ਤੁਸੀਂ ਪ੍ਰੈਜ਼ੈਂਟ ਕਰਨੀ ਹੈ, ਹਾਲਾਂਕਿ ਇੱਕ ਕਲਿੱਪ ਜਿਹੜੀ ਹੈ ਅੱਜਕੱਲ ਟਿਕਟੌਕ ਤੇ ਵੀ ਪੈ ਰਹੀ ਹੈ, ਉਹ ਵੀ ਸੋਸ਼ਲ ਮੀਡੀਆ 'ਚ ਜਾ ਰਹੀ ਹੈ, ਪਰ ਜ਼ਰੂਰੀ ਨਹੀਂ ਉਹ ਸਾਰਿਆਂ ਕੋਲ ਪਹੁੰਚੇ। ਸੋ ਵੈਬ ਸੀਰੀਜ਼ ਜਿਹੜੀ ਹੈ ਉਹ ਖਾਸ ਤੌਰ ਤੇ ਇੱਕ ਵੱਡੇ ਪਲੇਟਫਾਰਮ ਤੇ ਹੁੰਦੀ ਹੈ ਔਰ ਉਸਨੂੰ ਸਭ ਵੇਖਦੇ ਨੇ। ਤੁਹਾਨੂੰ ਨਹੀਂ ਲੱਗਦਾ ਉਹ ਜਿਹੜੀ ਪਾਸ ਹੋਣੀ ਚਾਹੀਦੀ ਹੈ? ਪਾਸ ਹੋਣੀ ਬਹੁਤ ਜ਼ਰੂਰੀ ਹੈ, ਇਹਨੂੰ ਸੈਂਸਰ ਬੋਰਡ ਦੇ ਅੰਡਰ ਲਿਆਉਣਾ ਚਾਹੀਦਾ, ਕਿਉਂਕਿ ਸਾਡੇ ਜੇ ਭਾਰਤ ਦੀ ਜੁਰੀਡਿਕਸ਼ਨ ਚ ਕੋਈ ਚੀਜ਼ ਰਿਲੀਜ਼ ਹੋ ਰਹੀ ਹੈ ਤਾਂ ਉਹਦੇ ਤੇ ਸੈਂਸਰ ਹੋਣਾ ਸਾਡੀ ਭਾਰਤ ਸਰਕਾਰ ਦਾ ਕੰਮ ਹੈ। ਇਹਦੇ ਸੰਬੰਧ ਚ ਵੀ ਮੈਂ ਸਾਡੇ ਬ੍ਰੌਡਕਾਸਟ ਮਿਨਿਸਟਰ ਨੇ ਜਿਹੜੇ ਜਾਵੜੇਕਰ ਜੀ, ਉਹਨਾਂ ਨੂੰ ਵੀ ਲਿਖ ਚੁੱਕਿਆ। ਅੱਛਾ, ਠੀਕ ਹੈ। ਕਿਉਂਕਿ ਜਦੋਂ ਟਿਕਟੌਕ ਦੇ ਕਈ ਅਕਾਊਂਟਸ ਇਹ ਸਸਪੈਂਡ ਕਰ ਸਕਦੇ ਆ, ਤਾਂ ਇਹੋ ਜਿਹੀਆਂ ਸੀਰੀਜ਼ ਨੂੰ ਡਿਲੀਟ ਕਰਨਾ ਕੋਈ ਔਖਾ ਨਹੀਂ। ਉਹ ਇੱਕ ਪਾਰਟਿਕੂਲਰ ਛੋਟੀ ਜਿਹੀ ਹਸਤੀ, ਕੋਈ ਛੋਟਾ ਜਿਹਾ ਵੀ ਆਮ ਆਦਮੀ ਜਿਹੜਾ ਉਹਦਾ ਅਕਾਊਂਟ ਬਣਿਆ ਹੁੰਦਾ ਹੈ, ਕੋਈ ਕਮਿਊਨਲ ਕਰ ਦਿੰਦਾ ਤਾਂ ਉਹਦਾ ਨਾਲ ਦੀ ਨਾਲ ਸਸਪੈਂਡ ਕੀਤਾ ਜਾਂਦਾ, ਚਾਹੇ ਟਵਿੱਟਰ ਅਕਾਊਂਟ ਹੈ ਚਾਹੇ ਟਿਕਟੌਕ ਅਕਾਊਂਟ ਹੈ। ਤਾਂ ਇਹ ਵੈਬ ਸੀਰੀਜ਼ ਤੇ ਕਿਉਂ ਨਹੀਂ ਲਿਆ ਜਾਂਦਾ? ਇਸ ਤੋਂ ਮੈਨੂੰ ਯਾਦ ਆਉਂਦਾ ਰਵਨੀਤ ਜੀ, ਤੁਸੀਂ ਐਗਜ਼ਾਮਪਲ ਦੇ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਰੋਜ਼ ਵਿਚਰਦੇ ਹਾਂ, ਉਸ ਦੇ ਵਿੱਚੋਂ ਇੱਕ ਯਾਦ ਆ ਗਿਆ ਮੈਨੂੰ, ਜਿਸ ਤਰ੍ਹਾਂ ਦੇ ਨਾਲ ਤੁਸੀਂ ਡਿਲੀਟ ਕਰਨ ਦੀ ਗੱਲ ਕੀਤੀ ਹੈ। ਕੋਈ ਵੀ ਅਜਿਹਾ ਤੁਸੀਂ ਕਮੈਂਟ ਵਿਵਾਦਿਤ ਪਾ ਕੇ ਵੇਖ ਲਵੋ ਇੱਕ ਵਾਰ ਸੋਸ਼ਲ ਮੀਡੀਆ ਤੇ, ਔਰ ਤੁਹਾਨੂੰ ਹਫ਼ਤੇ ਬਾਅਦ ਨਜ਼ਰ ਨਹੀਂ ਆਏਗਾ। ਇਹ ਹੁੰਦਾ ਹੈ ਸੋ ਫਿਰ ਕਿਉਂ, ਮਤਲਬ ਹੱਦ ਹੀ ਹੈਗੀ ਹੈ ਇਸ ਤਰ੍ਹਾਂ ਦੇ ਨਾਲ, ਕਿਉਂ ਵਾਰ-ਵਾਰ ਹੋ ਰਿਹਾ? ਫਿਰ ਇਹਨਾਂ ਚੀਜ਼ਾਂ ਦੇ ਵੱਲ ਕਿਉਂ ਧਿਆਨ ਨਹੀਂ ਦਿੱਤਾ ਜਾ ਰਿਹਾ? ਜਿਸ ਤਰ੍ਹਾਂ ਦੇ ਨਾਲ ਸ਼ਾਇਦ ਪੀਰ ਮੁਹੰਮਦ ਜੀ ਨੇ ਕਿਹਾ ਹੈਗਾ, ਉਹ ਮਸਲਾ ਸਹੀ ਹੈਗਾ। ਦੇਖੋ ਮਸਲਾ ਕਿਉਂਕਿ ਜਿਹੜਾ ਇੱਕ ਮਾਫੀ ਵਾਲਾ ਸਾਡੇ ਟ੍ਰੈਂਡ ਹੈ ਨਾ, ਮਾਫੀ ਨਾਲ ਸਾਰਾ ਕਹਿੰਦੇ ਆ ਪਾਪ ਧੋਤੇ ਜਾਂਦੇ, ਪਰੰਤੂ ਸਾਡੀਆਂ ਜਿਹੜੀਆਂ ਮੌਰ ਸੰਸਥਾਵਾਂ ਨੇ ਉਹਨਾਂ ਨੂੰ ਇਹਦਾ ਤੇ ਸਟ੍ਰਿਕਟ ਹੋਣਾ ਪੈਣਾ, ਕਿਉਂਕਿ ਪੰਜਾਬੀਆਂ ਰਵਨੀਤ ਜੀ ਤੁਸੀਂ ਵੀ ਕਹਿ ਰਹੇ ਹੋ ਕਿ ਮਾਫੀ ਅਨੁਸ਼ਕਾ ਸ਼ਰਮਾ ਮੰਗ ਲੈਣ, ਫਿਰ ਕੀ ਕਹੋਗੇ ਇਸ ਦੇ ਬਾਰੇ ਮਾਫੀ ਨਾਲ? ਹਾਂਜੀ, ਮੈਂ ਸੰਸਥਾ ਨਹੀਂ, ਮੈਂ ਬੀਇੰਗ ਅ ਰਿਪਰੈਜ਼ੈਂਟੇਟਿਵ ਆਫ, ਦੇਖੋ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਇੱਕ ਬੱਚਾ ਹੋਣ ਕਰਕੇ ਮੈਂ ਇਹ ਮੁੱਦਾ ਰੇਜ਼ ਕੀਤਾ ਸੀ, ਕਿਉਂਕਿ ਅਜੇ ਤੱਕ ਕਿਸੇ ਨੇ ਵੀ ਇਹ ਮੁੱਦਾ ਰੇਜ਼ ਨਹੀਂ ਕੀਤਾ, ਨਾ ਹੀ ਇਹਨੂੰ ਕਿਹਾ। ਤੁਸੀਂ ਦੇਖੋਗੇ ਸਾਡੇ ਲੀਡਰ ਸਾਡੇ ਰੋਜ਼ ਲਾਈਵ ਹੋ ਕੇ ਦੱਸਦੇ ਜੀ ਅਸੀਂ ਇਹ ਰਸਦ ਪਹੁੰਚਾਤੀ, ਅਸੀਂ ਫਲਾਣੀ ਥਾਂ ਲੰਗਰ ਲਾਤਾ, ਅਸੀਂ ਇਹ ਕਰਤਾ, ਅਸੀਂ ਇਹ ਕਰਤਾ। ਤਾਂ ਇਹ ਮੁੱਦੇ ਉਹਨਾਂ ਤੋਂ ਵੀ
ਇਹਨਾਂ ਦੇ ਪਿੱਛੇ ਕਿਉਂ ਰਹਿ ਗਏ, ਇਹ ਮੁੱਦੇ ਉਹਨਾਂ ਨੇ ਕਿਉਂ ਨਹੀਂ ਚੁੱਕੇ। ਇਹਨਾਂ ਚੀਜ਼ ਦੇਖੋ ਭਾਰਤ ਸਰਕਾਰ ਦੇ ਵਿੱਚ ਸਾਡੇ ਇੱਥੋਂ ਕਈ ਮੰਤਰੀ ਵੀ ਨੇ, ਉਹਨਾਂ ਨੂੰ ਚਾਹੀਦਾ ਹੈ ਇਹੋ ਜਿਹੇ ਮੁੱਦੇ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਉਹਨਾਂ ਨੂੰ ਦੱਸਣ ਵੀ ਇਹਨਾਂ ਨੂੰ ਸੈਂਸਰ ਬੋਰਡ ਦੇ ਵਿੱਚ ਅਧੀਨ ਲਿਆਂਦਾ ਜਾਵੇ, ਜਿਹੜਾ ਇੰਟਰਨੈਟ ਪਲੇਟਫਾਰਮ ਵੀ ਹੈ, ਜਿਹੜੀ ਚੀਜ਼ ਭਾਰਤ ਦੇ ਵਿੱਚ ਰਿਲੀਜ਼ ਹੋਣੀ ਹੈ ਪ੍ਰੋਪਰ ਚੈੱਕ ਹੋ ਕੇ ਆਵੇ। ਇਹ ਨਹੀਂ ਕੱਲੀ ਸਿੱਖਾਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀ ਹੋਵੇ, ਉਹ ਹਰ ਚੀਜ਼ ਪ੍ਰੋਪਰ ਵੇ ਉਹਦੀ ਸੈਂਸਰ ਕੀਤੀ ਜਾਵੇ। ਜੇ ਕੋਈ ਸੀਨ ਤੇ ਕੋਈ ਕਿੰਤੂ ਪਰੰਤੂ ਇਹਦਾ ਡਿਲੀਟ ਕੀਤਾ ਜਾਵੇ ਤਾਂ ਜੋ ਇਨ ਫਿਊਚਰ ਕਿਸੇ ਵੀ ਧਰਮ ਦੇ, ਕਿਸੇ ਵੀ ਜਾਤੀ ਦੇ, ਕਿਸੇ ਵੀ ਵਰਗ ਦੇ ਬੰਦੇ ਦੇ ਮਨ ਨੂੰ ਠੀਕ ਨਾ ਪਹੁੰਚੇ। ਜਿੱਥੋਂ ਗੱਲ ਹੈ ਦੇਖੋ ਟਵੀਟ ਕਰਕੇ ਕਈਆਂ ਨੂੰ ਇਹਦੇ ਬਾਰੇ ਜਾਣਕਾਰੀ ਵੀ ਦਿੱਤੀ, ਪਰ ਅਣਗੌਲਿਆਂ ਕਰਦਾ। ਸਾਡੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਅਣਗੌਲਿਆਂ ਕੀਤਾ, ਕਿਉਂਕਿ ਉਹਨਾਂ ਨੂੰ ਸ਼ੌਹਰਤ ਚਾਹੀਦੀ ਹੈ ਚੀਜ਼ਾਂ ਤੇ। ਤੁਸੀਂ ਐਕਸਪੈਕਟ ਕਿਸ ਤੋਂ ਕਰ ਰਹੇ ਹੋ ਰਵਨੀਤ ਜੀ? ਐਕਸਪੈਕਟ ਕਿਸ ਤੋਂ ਕਰ ਰਹੇ ਹੋ? ਐਸਜੀਪੀਸੀ ਤੋਂ ਐਕਸਪੈਕਟ ਕਰ ਰਹੇ ਹੋ? ਕਿਸ ਤੋਂ ਕਰ ਰਹੇ ਹੋ? ਦੇਖੋ ਬੀਇੰਗ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ, ਐਕਸਪੈਕਟੇਸ਼ਨ ਮੇਰੀ ਬੀਇੰਗ ਅ ਸਿੱਖ ਤਾਂ ਸਾਡੀ ਜਿਹੜੀ ਸੰਸਥਾ ਹੈ ਸਰਮੌਰ, ਉਹਨੇ ਅਸੀਂ ਉਹਦੇ ਤੋਂ ਹੀ ਕਰਾਂਗੇ, ਚਾਹੇ ਉਹ ਐਸਜੀਪੀਸੀ ਹੋਵੇ ਚਾਹੇ ਦਿੱਲੀ ਸਿੱਖ ਕਮੇਟੀ ਹੋਵੇ। ਠੀਕ ਹੈ, ਠੀਕ ਹੈ। ਸੋ ਸੰਪਰਕ ਕਿਤੇ ਨਾ ਕਿਤੇ ਕੁਝ ਗੜਬੜ ਨਜ਼ਰ ਆ ਰਹੀ ਹੈ, ਫਿਰ ਤੋਂ ਟੁੱਟਦਾ ਹੋਇਆ ਨਜ਼ਰ ਆਇਆ। ਹਾਲਾਂਕਿ ਹਾਂਜੀ ਰਵਨੀਤ ਜੀ, ਹਾਂਜੀ ਜੀ, ਮੇਰੀ ਕੰਪਲੇਂਟ ਕੀਤੇ ਨੂੰ 2-3 ਦਿਨ ਹੋ ਗਏ, ਜੇ ਗ੍ਰੀਵੈਂਸ 'ਚ ਪਈ ਹੈ, ਜੇ ਇਹਦੇ ਤੇ FIR ਦਰਜ ਹੁੰਦੀ ਹੈ ਤਾਂ ਉਹਨਾਂ ਤੇ ਕੁਝ ਪ੍ਰੈਸ਼ਰ ਪਵੇਗਾ ਤੇ ਅੱਗੇ ਤੋਂ ਵੀ ਥੋੜਾ ਸੋਚ ਸਮਝ ਕੇ ਇਹੋ ਜਿਹੀਆਂ ਚੀਜ਼ਾਂ ਨੂੰ ਬਣਾਉਣਗੇ। ਵੈਸੇ ਤਾਂ ਸਿੱਖਾਂ ਤੋਂ ਹੁਣ ਡਿਜੀਟਲ ਪਲੇਟਫਾਰਮ ਹੈਗਾ, ਸਿੱਖਾਂ ਤੋਂ ਸਾਰੇ ਕਾਨੂੰਨ ਨੇ, ਹਰ ਦੇਸ਼ ਚਾਹੇ ਮੁਸਲਿਮ ਦੇਸ਼ ਹੈ, ਅਰਬ ਕੰਟਰੀ ਹੈ ਜਾਂ ਕੋਈ ਵੀ ਕੰਟਰੀ ਹੈ, ਸਿੱਖਾਂ ਬਾਰੇ ਜਾਣਕਾਰੀ ਖਾਲਸਾ ਐਡ ਕਰਕੇ ਹੁਣ ਹਰ ਇੱਕ ਨੂੰ ਹੈ। ਪਰੰਤੂ ਸਾਡੇ ਦੇਸ਼ ਦੇ ਵਿੱਚ ਸਾਡੀਆਂ ਜਿਹੜੀ ਐਕਟਰੈਸ ਨੇ ਉਹਨਾਂ ਨੂੰ ਸਿੱਖਾਂ ਬਾਰੇ ਸਮਝ ਨਹੀਂ ਹੈ। ਮੈਂ ਬੜੀ ਹੈਰਾਨੀ ਪਰ ਫਿਰ ਕਿਉਂ ਅਜਿਹੀ ਚੀਜ਼ ਨੂੰ ਤੁਸੀਂ ਮਤਲਬ ਆਪਣੇ ਲਈ ਵਰਤਣਾ ਹੀ ਕਿਉਂ? ਬੇਸ਼ੱਕ ਤੁਸੀਂ ਪੈਸਾ ਕਮਾਉਣ ਲਈ ਕਰ ਰਹੇ ਹੋ, ਬੇਸ਼ੱਕ ਤੁਸੀਂ ਆਪ ਉਹਦੇ ਵਿੱਚ ਹੋ ਰਹੇ ਹੋ, ਕਿਉਂ ਤੁਸੀਂ ਅਜਿਹੀ ਚੀਜ਼ ਨੂੰ ਸਭ ਤੋਂ ਵੱਡੀ ਗੱਲ ਟੱਚ ਕਰਦੇ ਹੋ ਜਦੋਂ ਤੁਹਾਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਹੈ? ਸਵਾਲ ਤਾਂ ਉਹੀ ਵੱਡਾ ਹੈਗਾ ਨਾ। ਠੀਕ ਹੈ ਪੰਡਿਤ ਜੀ, ਮੈਂ ਤੁਹਾਡੇ ਤੋਂ ਅਗਰ ਗੱਲ ਕਰਾਂ ਤਾਂ ਕੀ ਲੱਗ ਰਿਹਾ ਹੈਗਾ ਫਿਲਹਾਲ ਦੀ ਘੜੀ ਕਿਉਂ ਜ਼ਿਆਦਾਤਰ ਅਜਿਹੀਆਂ ਚੀਜ਼ਾਂ, ਇਸ ਤੋਂ ਵੀ ਸਵਾਲ ਨਿਕਲਦਾ ਹੈ ਕਿ ਪ੍ਰਮੋਟ ਕਰਨ ਨੂੰ ਕਿਸ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ? ਕਿਉਂ ਇਸ ਸਿਰਫ ਵਾਹਵਾਹੀ ਲੁੱਟਣ ਦੇ ਲਈ ਕਰਿਆ ਜਾ ਰਿਹਾ ਜਾਂ ਫਿਰ ਵਾਰ-ਵਾਰ ਜਿਹੀਆਂ ਚੀਜ਼ਾਂ ਨੂੰ ਟਾਰਗੇਟ ਕਰਨਾ? ਕੀ ਸਮਝਦੇ ਹੋ ਤੁਸੀਂ? ਜੀ ਮੈਨੂੰ ਲੱਗਦਾ ਹੈ ਇਹੋ ਜਿਹਾ ਵੈਬ ਸੀਰੀਜ਼ ਤੇ ਨੱਥ ਪਾਉਣ ਲਈ ਜਾਂ ਇੰਟਰਨੈਟ ਤੇ OTT ਪਲੇਟਫਾਰਮ ਤੇ ਚੱਲਣ ਵਾਲੇ ਵੈਬ ਸੀਰੀਜ਼, ਗਾਣੇ, ਫਿਲਮ ਤੇ ਸੈਂਸਰ ਬੋਰਡ ਤੇ ਕਾਬੂ ਨਹੀਂ ਹੈ। ਬਿਲਕੁਲ ਸੈਂਸਰ ਬੋਰਡ ਤੇ ਪਾਸ ਨਹੀਂ ਹੁੰਦੇ ਨੇ, ਇਸ ਲਈ ਇਹੋ ਜਿਹਾ ਡਾਇਰੈਕਟਰ, ਪ੍ਰੋਡਿਊਸਰ ਮਨ ਮਰਜ਼ੀ ਟੌਪਿਕ ਲੈਕੇ ਕੋਈ ਵੀ ਕਮਿਊਨਿਟੀ ਤੇ ਕੋਈ ਕਮੈਂਟ ਬਣਾ ਕੇ ਪਪੂਲਰ ਆਪੇ ਹੋ ਜਾਂਦਾ, ਇਸ ਲਈ ਬਣਾਉਂਦੇ ਨੇ। ਇਸ ਲਈ ਮੈਂ ਸਹਿਮਤ ਹਾਂ ਪੀਰ ਮੁਹੰਮਦ ਸਾਹਿਬ ਦੇ ਨਾਲ ਤੇ ਰਵਨੀਤ ਜੀ ਸਾਹਿਬ ਨਾਲ ਕਿ ਇੱਕ ਸੈਂਸਰ ਬੋਰਡ ਤੋਂ ਪਾਸ ਹੋ ਕੇ ਹੀ ਸਾਹਮਣੇ ਆਣਾ ਚਾਹੀਦਾ। ਇਸ ਲਈ ਦੋ ਕੰਮ ਕਰਨ ਦੀ ਲੋੜ ਹੈ ਮੈਡਮ। ਪਹਿਲੇ ਤੇ ਇੱਕ ਹੈ 1952 ਦੇ ਵਿੱਚ ਸਿਨੇਮਾਟੋਗ੍ਰਾਫੀ ਐਕਟ ਬਣਿਆ, ਜਿਸ ਦੇ ਤਹਿਤ ਹੀ ਸਾਰੇ ਫਿਲਮ ਪਾਸ ਹੋ ਕੇ ਸੈਂਸਰ ਬੋਰਡ ਤੋਂ ਪਾਸ ਹੋ ਕੇ ਫਿਲਮ ਥੀਏਟਰ ਤੇ ਪਾਸ ਹੋ ਦਿਖਾਉਂਦੇ ਨੇ। ਇਸ ਤੋਂ ਇਲਾਵਾ ਇੱਕ ਐਕਟ ਹੈ ਯੰਗ ਪੀਪਲ ਐਕਟ 1956, ਇਸ ਦੇ ਤਹਿਤ ਕੋਈ ਵੀ ਕਿੱਥੇ ਵੀ ਗਲਤ प्रदर्शन या गलत प्रोड्यूस गलत दिखाना नहीं कर सकते। पर बदनसीबी ये है ये दोनों एक्ट नाकामी हो चुके ने, दोनों एक्ट किसी को पता भी नहीं है। इसलिए ਅਸੀਂ ਸਾਰੇ रल मिल के भारत सरकार ਨੂੰ, पंजाब सरकार ਨੂੰ पहले ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਕੇ ਇਸ ਐਕਟ ਵਿੱਚ ਜੇਕਰ ਸ਼ੋਧ ਹੋਵੇ, ਅਮੈਂਡਮੈਂਟ ਹੋਵੇ ਕਿ ਭਾਈ कोई भी वेब सीरीज होवे, भावे लच्चर शराबी हथियारी गाना होवे, कोई भी होवे, ये सेंसर बोर्ड तो पास होना चाहिए। इसलिए जे यंग इंडिया एक्ट दे विच संशोधन होवे ते 1952 दे सिनेमाटोग्राफी एक्ट दे संशोधन जे होवे, सब कुछ ठीक हो जाना। मैनू लगता है पीर मुहम्मद साहब बहुत ही बुद्धिजीवी है, ये खुद एक खत लिखणगे श्रोमणी गुरुद्वारा प्रबंधक कमेटी, माननीय मुख्यमंत्री पंजाब ਤੇ ਪ੍ਰਧਾਨ ਮੰਤਰੀ, ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੋਧ ਹੋਏਗਾ ਤੇ ਸਾਰੇ ਇਹੋ ਜਿਹਾ ਵੈਬ ਸੀਰੀਜ਼ ਤੇ ਕਾਬੂ ਕੀਤਾ ਜਾ ਸਕਦਾ ਹੈ। ਸੁਖਰਨੈਲ ਸਿੰਘ ਜੀ, ਇੱਕ ਤਾਂ ਉਮੀਦ ਜਿਹੜੀ ਹੈਗੀ ਹੈ ਵਾਕਈ ਇਹ ਸਭ ਨੂੰ ਕਿ ਤੁਹਾਡੇ ਵੱਲੋਂ ਕਿਤੇ ਨਾ ਕਿਤੇ ਕੁਝ ਜਿਹੜਾ ਇਸ ਦੇ ਬਾਰੇ ਆਵਾਜ਼ ਜ਼ਰੂਰ ਬੁਲੰਦ ਕੀਤੀ ਜਾਵੇ ਔਰ ਸਖਤੀ ਦੇ ਨਾਲ, ਸਭ ਤੋਂ ਵੱਡੀ ਗੱਲ ਸਿਰਫ ਮਾਫੀਆਂ ਦੇ ਨਾਲ ਕੰਮ ਨਾ ਚੱਲੇ। ਦੂਸਰਾ ਇਹ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਉੜਦਾ ਪੰਜਾਬ ਵਿਖਾਇਆ ਗਿਆ, ਅਸੀਂ ਨਹੀਂ ਕਹਿੰਦੇ ਨਸ਼ੇ ਨਹੀਂ ਹੈਗੇ ਪੰਜਾਬ 'ਚ, ਪਰ ਕਿਉਂ ਜ਼ਰੂਰੀ ਹੈ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਕੇ ਇੱਕ ਛਾਪ ਦਿਮਾਗ ਦੇ ਵਿੱਚ ਛੱਡੀ ਜਾਵੇ ਔਰ ਇਸ ਤਰ੍ਹਾਂ ਦੇ ਨਾਲ ਜੋ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਵੇਖ ਪਾ ਰਹੇ ਹਾਂ ਅਸੀਂ? ਦੇਖੋ ਗੁਰਜੋਤ, ਸਭ ਤੋਂ ਪਹਿਲਾਂ ਤੁਸੀਂ ਉੜਤਾ ਪੰਜਾਬ ਦੀ ਗੱਲ ਕੀਤੀ ਹੈ, ਇਹ ਕਿੰਨੀ ਵੱਡੀ ਇੱਕ ਇਹਨਾਂ ਨੇ ਹੋਰ ਬਹੁਤ ਗਲਤੀ ਕੀਤੀ ਹੈ ਜਿਹੜੀ ਅੱਜ ਹੀ ਮੇਰੇ
ਧਿਆਨ ਵਿੱਚ ਆਈ ਹੈ ਕਿ ਉੜਤਾ ਪੰਜਾਬ ਨਾਂ ਦੀ ਇੱਕ ਤੰਬਾਕੂ ਫੈਕਟਰੀ ਜਿਹੜੀ ਹੈ ਉਹਨਾਂ ਨੇ ਇੱਕ ਬ੍ਰਾਂਡ ਜਿਹੜਾ ਹੈ ਉੜਤਾ ਪੰਜਾਬ ਦੇ ਨਾਂ ਦੇ ਉੱਤੇ ਤਿਆਰ ਕਰਕੇ ਮਾਰਕੀਟ ਦੇ ਵਿੱਚ ਛੱਡਿਆ ਹੋਇਆ ਹੈ ਔਰ ਅਸੀਂ ਉਹਦੀ ਪੂਰੀ ਤਹਿਕੀਕਾਤ ਕਰ ਰਹੇ ਹਾਂ। 1-2 ਦਿਨਾਂ ਦੇ ਵਿੱਚ ਉਹ ਮਸਲਾ ਵੀ ਸਾਹਮਣੇ ਆਉਣ ਵਾਲਾ ਹੈ ਕਿਉਂਕਿ ਪਹਿਲਾਂ ਉਹਦਾ ਨਾਮ ਜਿਹੜਾ ਉਹ ਬ੍ਰਾਂਡ ਦਾ ਹੈਗਾ ਸੀ ਉੜਤਾ ਪੰਛੀ, ਲੇਕਿਨ ਹੁਣ ਉੜਤਾ ਪੰਛੀ ਨੂੰ ਕੱਟ ਕੇ ਇਹਨਾਂ ਨੇ ਉੜਤਾ ਪੰਜਾਬ ਕਰ ਦਿੱਤਾ ਤੇ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਅਮੀਰ ਵਿਰਸੇ ਨੂੰ, ਪੰਜਾਬੀ ਸੱਭਿਆਚਾਰ ਨੂੰ ਇਹ ਥੱਲੇ ਲਾਉਣ ਵਾਸਤੇ ਅਜਿਹੀਆਂ ਘਿਨਾਉਣੀਆਂ ਗੱਲਾਂ ਜਿਹੜੀਆਂ ਨੇ ਇੱਕ ਦਰਜਾ ਬਦਰਜਾ ਇਹ ਹਰ ਪਾਸਿਓਂ ਹੋ ਰਿਹਾ ਹੈ। ਕਰਨੈਲ ਸਿੰਘ ਜੀ, ਇਸ ਤੋਂ ਹੀ ਮੈਨੂੰ ਤੰਬਾਕੂ ਤੋਂ ਯਾਦ ਆਉਂਦਾ ਰਵਿਦਾਸ ਜੀ ਦੀ ਫੋਟੋ ਵੀ ਲਗਾਈ ਹੋਈ ਹੈ ਇੱਕ ਤੰਬਾਕੂ ਦੀ, ਉਸ ਤੇ ਉਹ ਵੀ ਇੱਕ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ। ਹਾਂਜੀ ਦੇਖੋ ਜੀ, ਰਵਿਦਾਸ ਮਹਾਰਾਜ ਹੁਣ ਜਾਂ ਜਿੰਨੇ ਵੀ ਸਾਡੇ ਭਗਤ ਸਾਹਿਬਾਨ ਨੇ ਦੇ ਉਹ ਇੰਨੇ ਸਤਿਕਾਰਯੋਗ ਨੇ, ਗੁਰੂ ਸਾਹਿਬਾਨ ਨੇ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਬਰਾਬਰ ਦਾ ਦਰਜਾ, ਜਿੱਥੇ ਅਸੀਂ 6 ਗੁਰੂ ਸਾਹਿਬਾਨ ਨੂੰ ਮੱਥਾ ਟੇਕਦੇ ਹਾਂ ਉੱਥੇ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਉਸੇ ਤਰ੍ਹਾਂ ਹੀ ਨਤਮਸਤਕ ਹੋਣੇ ਆ। ਸੋ ਮੈਂ ਗੱਲ ਚਾਹੁੰਦਾ ਕਿ ਜਿਹੜੀ ਐਮਾਜ਼ੋਨ ਹੈ ਇਹ ਆਪਣੇ ਆਪ ਦੇ ਵਿੱਚ ਇਸ ਨੇ ਇਹ ਪਹਿਲੀ ਗਲਤੀ ਨਹੀਂ ਕੀਤੀ। ਇਹ ਦੇਖੋ ਇਹ ਕੀਰਤਨ ਨੂੰ ਇਹਨਾਂ ਨੇ ਪ੍ਰਸਾਰਿਤ ਕੀਤਾ। ਇਸ ਤੋਂ ਪਹਿਲਾਂ ਇੱਕ ਟਾਇਲਟ ਦੇ ਉੱਪਰ ਸੀਟ ਦੇ ਉੱਪਰ ਹਰਮੰਦਰ ਸਾਹਿਬ ਫੋਟੋ ਲਾਈ ਗਈ, ਫਿਰ ਚੱਪਲ ਦੇ ਉੱਪਰ ਇੱਕ ਫੋਟੋ ਬਣਾਈ ਗਈ, ਫਿਰ ਇਹਨਾਂ ਨੇ ਮਾਫੀ ਮੰਗੀ ਔਰ ਉਹ ਹੀ ਮਾਫੀ ਵਾਲੀ ਗੱਲ ਹੈ। ਕਦੀ ਦਿੱਲੀ ਤੋਂ ਇਹਨਾਂ ਨੂੰ ਮਾਫੀ ਮਿਲ ਜਾਂਦੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ, ਤੇ ਕਦੀ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਿਲ ਜਾਂਦੀ। ਸੋ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਅਵੇਅਰ ਨਹੀਂ ਹੈਗੀ। ਸਾਡੀ ਲੀਡਰਸ਼ਿਪ ਦੇ ਵਿੱਚ ਬੜੀਆਂ ਕਮਜ਼ੋਰੀਆਂ ਆ ਚੁੱਕੀਆਂ ਨੇ। ਅਸੀਂ ਇੱਕ ਲੰਮਾ ਸੰਘਰਸ਼ ਲੜਿਆ ਔਰ ਉਸ ਸੰਘਰਸ਼ ਨੂੰ ਸਨਾਮ ਕਰਨ ਵਾਸਤੇ ਇਹਨਾਂ ਨੇ ਸਾਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਤੇ ਕਈ ਤਰ੍ਹਾਂ ਦੇ ਸਾਡੇ ਨਾਮ ਨਾਲ ਜਿਹੜੇ ਸ਼ਬਦ ਲਾਏ ਗਏ। ਲੇਕਿਨ ਇਹੋ ਹੀ ਗੱਲ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਹਿੰਦੇ ਸਨ, ਭਾਈ ਅਮਰੀਕ ਸਿੰਘ ਜੀ ਕਹਿੰਦੇ ਸਨ ਕਿ ਤੁਸੀਂ ਸਾਡੇ ਧਰਮ ਨੂੰ ਬਦਨਾਮ ਕਰਨ ਵਾਸਤੇ ਜਿਹੜੀਆਂ ਤੁਹਾਡੀਆਂ ਸੈਂਟਰ ਦੀਆਂ ਪਾਲਿਸੀਆਂ ਨੇ ਉਹਨੂੰ ਠੀਕ ਕਰੋ। ਜਿਸ ਨੇ ਇੱਥੇ ਬਹੁ ਗਿਣਤੀ ਨੂੰ ਬਚਾਉਣ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ, ਆਪਣਾ ਆਪ ਜਿਹੜਾ ਕੁਰਬਾਨ ਕਰ ਦਿੱਤਾ ਔਰ ਛੋਟੇ ਸਾਹਿਬਜ਼ਾਦਿਆਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਜਿਹੜਾ ਇੱਕ ਵੱਡਾ ਸੰਘਰਸ਼ ਲੜਿਆ ਗਿਆ। ਜਦੋਂ ਖਾਲਸੇ ਰਾਜ ਪੈਦਾ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਰਾਜ ਵਿੱਚ ਕਿਸੇ ਵੀ ਧਰਮ ਦੇ ਨਾਲ ਇਸ ਤਰੀਕੇ ਦੀਆਂ ਹਰਕਤਾਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਅੱਜ ਦੀ ਸਰਕਾਰ ਦੇ ਇਸ਼ਾਰੇ ਤੇ ਮੈਂ ਕਹਾਂਗਾ ਕਿ ਜੇ ਉਹ ਨਹੀਂ ਇਸ਼ਾਰਾ ਕਰ ਰਹੀ ਤਾਂ ਫਿਰ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਇਹ ਦੇਖੋ ਕੋਈ ਆਮ ਪਿੱਛੇ ਰਣਜੀਤ ਬਾਵਾ ਨੇ ਇੱਕ ਗੀਤ ਲਿਖਿਆ ਜੀ, ਉਹ ਗੀਤ ਲੇਕਿਨ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਕਿੰਨਾ ਬਵਾਲ ਕੀਤਾ ਗਿਆ। ਹਾਲਾਂਕਿ ਉਹਨੇ ਸੱਚਾਈ ਬਿਆਨ ਕੀਤੀ ਸੀ ਪਰ ਉਹ ਆਪ ਹੀ ਵਿਦਡਰਾ ਕਰਕੇ ਆਪਣੀ ਗੱਲ ਨੂੰ ਉਹੀ ਨਾ ਮਾਫੀ ਮੰਗ ਲਈ ਉਹਨਾਂ ਨੇ। ਹਾਂ, ਸੋ ਇੱਕ ਜ਼ਿਕਰ ਮੈਂ ਇਸ ਦੇ ਵਿੱਚ ਐਡ ਆਨ ਕਰਾਂਗੀ ਕਰਨੈਲ ਸਿੰਘ ਜੀ, ਕੁਝ ਸੁੱਖਾ ਕਾਲਵਾ ਤੇ ਫਿਲਮ ਆਈ ਸੀਗੀ ਔਰ ਉਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਖੁਦ ਉਸ ਦੇ ਲਈ ਕਿਹਾ ਕਿ ਇਸ ਨੂੰ ਬੈਨ ਹੋਣਾ ਚਾਹੀਦਾ। ਆਪਣੇ ਆਪ ਉਹਨਾਂ ਨੇ ਬਿਆਨ ਦਿੱਤੇ, ਮਤਲਬ ਮੋਹਰੇ ਆਏ। ਸੋ ਕਿਉਂ ਬਾਰ-ਬਾਰ ਅਜਿਹਾ ਹੁੰਦਾ ਔਰ ਕਿਉਂ ਸਰਕਾਰੀ ਪੱਧਰ ਤੇ ਆ ਕਹਿ ਸਕਦੇ ਆ ਜਿਹੜੇ ਜਿਨ੍ਹਾਂ ਦੇ ਕੋਲ ਪਾਵਰ ਹੈਗੀ ਹੈ, ਮੈਂ ਨਹੀਂ ਕਹਾਂਗੀ ਕੌਣ ਹੈ, ਕਿਉਂ ਉਸ ਨੂੰ ਸਟ੍ਰਿਕਟ ਨਹੀਂ ਲੈ ਰਹੇ? ਕਿਉਂਕਿ ਪੰਜਾਬ ਦੇ ਨਾਲ ਹਮੇਸ਼ਾ ਤੋਂ ਕਿਹਾ ਜਾਂਦਾ ਵਿਤਕਰਾ ਵੀ ਹੋ ਰਿਹਾ ਹੈ ਔਰ ਖਾਸ ਤੌਰ ਤੇ ਜਿਨ੍ਹਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ ਹਮੇਸ਼ਾ ਤੋਂ ਦੇਸ਼ ਦੇ ਲਈ, ਕਿਉਂ ਇਸ ਤਰ੍ਹਾਂ ਦੇ ਨਾਲ ਵਾਰ-ਵਾਰ ਹੁੰਦਾ ਹੈ? ਦੇਖੋ ਗੁਰਜੋਤ, ਜਿਹੜਾ ਸੁੱਖਾ ਕਾਲਵਾ ਦੇ ਉੱਪਰ ਇੱਕ ਉਹਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਗਿਆ, ਉਹ ਗੈਂਗਸਟਰ ਕਿਹੜੇ ਹਾਲਾਤਾਂ ਵਿੱਚ ਬਣਾਇਆ ਗਿਆ, ਉਹਦੇ ਪਿੱਛੇ ਕਿਹੜੇ ਪੋਲੀਟੀਸ਼ੀਅਨ ਸਨ, ਔਰ ਉਹ ਜਦੋਂ ਰਾਜਨੀਤਿਕ ਕਿਸੇ ਕੜੀ ਨਾਲ ਗੱਲ ਜੁੜਦੀ ਹੈ ਤਾਂ ਉਹ ਫਿਰ ਕੈਪਟਨ ਸਾਹਿਬ ਨੂੰ ਵੀ ਨਜ਼ਰ ਆ ਜਾਂਦੀ ਹੈ, ਉਹ ਫਿਰ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਨਜ਼ਰ ਆ ਜਾਂਦੀ ਹੈ। ਲੇਕਿਨ ਜਿਹੜੀਆਂ ਕੁਝ ਫਿਰਕਿਆਂ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਨੂੰ ਇਹ ਨਾਰਮਲ ਲੈ ਲੈਂਦੇ ਨੇ। ਜਿਹੜੀ ਇਹਨਾਂ ਦੀ ਇੱਕ ਕਲਾਸ ਹੈ, ਪੋਲੀਟੀਕਲ ਕਲਾਸ ਹੋਵੇ ਚਾਹੇ ਬਿਊਰੋਕਰੇਟ ਕਲਾਸ ਹੋਵੇ, ਤੁਸੀਂ ਕਿਤੇ ਵੀ ਦੇਖ ਲਓ, ਕਿਤੇ ਕਟਾਸ ਕੋਈ ਕਰ ਦੇਵੇ ਤਾਂ ਉਸ ਨੂੰ ਉਸੇ ਵੇਲੇ ਉੱਥੇ ਹੀ ਨੱਪ ਦਿੱਤਾ ਜਾਂਦਾ। ਚਾਹੇ ਕੋਈ ਹੋਰ ਪਿਛਲੇ ਦਿਨ ਕੀ ਹੋਇਆ, ਰਿਪੋਰਟਰਾਂ ਨੇ ਕੁਝ ਰਿਪੋਰਟਰਾਂ ਨੇ, ਇੱਕ ਰਿਪੋਰਟਰ ਨੇ ਜੈ ਸਿੰਘ ਛਿੱਬਰ ਨੇ ਗਲਤੀ ਉਹਦੀ ਬਣਾ ਦਿੱਤੀ ਗਈ ਕਿ ਉਹਨੇ ਇੱਕ ਮੰਤਰੀ ਦੇ ਬਾਰੇ ਕੋਈ ਗੱਲਬਾਤ ਕੀਤੀ ਤੇ ਮੰਤਰੀ ਸਾਹਿਬ ਨੇ ਕਿਹਾ ਕਿ ਜਾਂ ਤਾਂ ਮਾਫੀ ਮੰਗ ਜਾਂ ਤੇਰੇ ਦੇ ਉੱਤੇ ਕੇਸ ਦਰਜ ਕਰਦੇ ਆ। ਇਸੇ ਤਰ੍ਹਾਂ ਜੇ ਕੋਈ ਰਿਪੋਰਟਰ ਜਰਨਲਿਸਟ ਕੋਈ ਗੱਲ ਕਰਦਾ, ਕਿਸੇ ਪੋਲੀਟੀਸ਼ੀਅਨ ਦੇ ਉੱਤੇ ਗੱਲ ਕਰਦਾ, ਕਿਸੇ ਬਿਊਰੋਕਰੇਟ ਤੇ ਗੱਲ ਕਰਦਾ ਤੇ ਝੱਟ ਉਹਨੂੰ ਨੱਪ ਲਿਆ ਜਾਂਦਾ। ਲੇਕਿਨ ਜਦੋਂ ਇੱਕ ਫਿਰਕੇ ਦੇ ਉੱਪਰ ਗੱਲ ਹੋ ਰਹੀ ਹੁੰਦੀ ਹੈ ਤਾਂ ਉਸ ਵਕਤ ਇਹ ਲੋਕ ਜਿਹੜੇ ਆ ਇਹਨਾਂ ਨੂੰ ਇਹ ਨਹੀਂ ਚੁੱਕਦੇ ਆਵਾਜ਼। ਠੀਕ ਹੈ ਕਰਨੈਲ ਸਿੰਘ ਜੀ, ਮੈਂ ਤੁਹਾਡੇ ਕੋਲ ਇਸੇ ਹੀ ਮਸਲੇ ਨੂੰ ਲੈ ਕੇ ਵਾਪਸ ਆ ਰਹੀ ਹਾਂ, ਪਰ ਵੱਡੀ ਖਬਰ ਦਾ ਜ਼ਰੂਰ ਜ਼ਿਕਰ ਕਰਾਂਗੇ ਕਿਉਂਕਿ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਸੋ ਇਸੇ ਵਿਚਕਾਰ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਦੱਸ ਦਈਏ ਕਿ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਹੁਸ਼ਿਆਰਪੁਰ ਦੇ ਵਿੱਚ ਹੁਣ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ, ਜਿੱਥੇ ਕਿ ਵੱਡੀ ਖਬਰ ਹੈ। ਦੱਸੀ ਕਿ ਇੱਥੋਂ 4 ਮਾਮਲੇ ਨਵੇਂ ਸਾਹਮਣੇ ਆਏ ਨੇ। 4 ਮਾਮਲਿਆਂ ਦੇ ਵਿੱਚ ਇੱਥੋਂ ਇਜ਼ਾਫਾ ਹੋਇਆ ਹੈ, ਜਿੱਥੋਂ ਅੰਮ੍ਰਿਤਸਰ ਦੇ ਵਿੱਚੋਂ 6 ਮਾਮਲੇ ਹੁਣ ਸਾਹਮਣੇ ਆਏ ਸੀ, ਉੱਥੋਂ ਹੀ ਜ਼ਿਲ੍ਹੇ ਦੇ ਵਿੱਚ ਹੁਣ 4 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ। ਸੋ ਲਗਾਤਾਰ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। 4 ਲੋਕਾਂ ਦੀ ਰਿਪੋਰਟ ਹੁਸ਼ਿਆਰਪੁਰ ਦੇ ਵਿੱਚ ਪੋਜ਼ਿਟਿਵ ਆਈ ਹੈ। ਸੋ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੋਰੋਨਾ ਦਾ ਕਹਿਰ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਲੋਕਡਾਊਨ 'ਚ ਥੋੜੀ ਢਿੱਲ ਦਿੱਤੀ ਗਈ ਹੈ, ਪਰ ਢਿੱਲ ਜਿਹੜੀ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਖਤਰਾ ਬਣਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਆਮ ਲੋਕ ਨੇ, ਪਰ ਹੋ ਸਕਦਾ ਸੰਪਰਕ ਦੇ ਵਿੱਚ ਆਉਣ ਵਾਲੇ ਲੋਕ ਹੋਣ। ਮਸਲਾ ਬੇਅਦ ਗੰਭੀਰ ਹੈ ਤੇ ਚਰਚਾ ਜਿਹੜੀ ਸਾਡੀ ਲਗਾਤਾਰ ਜਾਰੀ ਹੈ। ਤੇ ਜੀ ਕਰਨੈਲ ਸਿੰਘ ਜੀ, ਮਸਲਾ ਉਹੀ ਹੈਗਾ ਕਿ ਕਿਉਂ ਜਦੋਂ ਇਸ ਤਰ੍ਹਾਂ ਦੇ ਨਾਲ ਕੋਈ ਮੁੱਦਾ ਹੁੰਦਾ ਹੈ, ਆਪਣੇ ਤੇ ਗੱਲ ਆਉਂਦੀ ਹੈ, ਬੇਸ਼ੱਕ ਸਰਕਾਰ ਕੋਈ ਵੀ ਹੋਵੇ, ਮੈਂ ਨਹੀਂ ਕਹਾਂਗੀ ਸੂਬਾ ਸਰਕਾਰ ਜਾਂ ਕੇਂਦਰ ਹੋਵੇ, ਫਿਰ ਤਾਂ ਇੱਕਦਮ ਤੋਂ ਉਸ ਨੂੰ ਲੈ ਕੇ ਰਫਾ ਦਫਾ ਹੋ ਜਾਂਦਾ। ਉਹੀ ਕਮੈਂਟ ਵਾਲੀ ਗੱਲ ਕਹਾਂਗੀ, ਕਿਉਂਕਿ ਜਦੋਂ ਕਿਤੇ ਆਪਣੇ ਆਪ ਨੂੰ ਖਤਰਾ ਹੋਏ ਤਾਂ ਅਸੀਂ ਉਸ ਨੂੰ ਮਾਰ ਦਿੰਦੇ ਹਾਂ, ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ। ਪਰ ਜੇਕਰ ਇੱਕ ਖਾਸ ਕੋਈ ਵਿਭਾਗ ਹੈ ਜਾਂ ਕਮਿਊਨਿਟੀ ਹੈਗੀ ਆ ਜਾਂ ਕੋਈ ਧਰਮ ਹੈ, ਉਸ ਨੂੰ ਲੈ ਕੇ ਕਿਉਂ ਨਹੀਂ ਆਵਾਜ਼ ਬੁਲੰਦ ਹੋ ਰਹੀ? ਮਤਲਬ ਇਹ ਕੰਮ ਕਿਸ ਦੇ ਵੱਲੋਂ ਹੋਣਾ ਚਾਹੀਦਾ ਹੈ? ਇਹ ਬੀੜਾ ਕਿਸੇ ਨੂੰ ਤਾਂ ਚੁੱਕਣਾ ਪਏਗਾ। ਜਿਸ ਤਰ੍ਹਾਂ ਦੇ ਨਾਲ ਰਵਨੀਤ ਜੀ ਨੇ, ਹਾਲਾਂਕਿ ਉਹਨਾਂ ਦਾ ਕਹਿਣਾ ਕਿ ਮੈਂ ਆਪਣੇ ਵੱਲੋਂ ਜੋ ਮੈਨੂੰ ਦਰਦ ਮਹਿਸੂਸ ਹੋਇਆ ਤਾਂ ਮੈਂ ਸ਼ਿਕਾਇਤ ਦਰਜ ਕਰ ਦਿੱਤੀ, ਪਰ ਇੱਕ ਖਾਸ ਤੌਰ ਤੇ ਹੁਣ ਜਿਹੜਾ ਮੁੱਦਾ ਹੈ ਉਹ ਪੰਜਾਬ ਦੇ ਵਿੱਚੋਂ ਕੌਣ ਚੁੱਕੇ, ਜਾਂ ਤੁਹਾਨੂੰ ਕੀ ਲੱਗਦਾ ਹੈਗਾ ਕਿਸ ਨੂੰ ਇਸ ਦਾ ਸਿਹਰਾ ਜਿਹੜਾ ਲੈਣਾ ਪਏਗਾ ਔਰ ਆਵਾਜ਼ ਬੁਲੰਦ ਕਰਨੀ ਪਏਗੀ? ਗੁਰਜੋਤ, ਅਸਲ ਦੇ ਵਿੱਚ ਇੱਕ ਮਾਹੌਲ ਇਸ ਤਰ੍ਹਾਂ ਦਾ ਤਿਆਰ ਕਰਨ ਦੀ ਲੋੜ ਹੈ। ਇਨਸਾਨ ਦੀ ਜ਼ਿੰਦਗੀ ਬੜੀ ਛੋਟੀ ਹੈ। ਇਹ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਨਫ਼ਰਤ ਪੈਦਾ ਕਰਕੇ ਪੈਸੇ ਕਮਾਉਣੇ ਜਾਂ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਜਿਹੜੀਆਂ ਕਿ ਇੱਕ ਧਰਮ ਨੂੰ ਬਦਨਾਮ ਕਰਦੀਆਂ ਹੋਣ, ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕਰਦੀਆਂ ਹੋਣ, ਤਾਂ ਇਹੋ ਜੀ ਕੋਈ ਵੀ ਗੱਲ ਕਰਨ ਵਾਲੇ ਵਿਅਕਤੀ ਨੂੰ, ਜਿਹੜਾ ਵੀ ਉਹਨੂੰ ਪਲੇਟਫਾਰਮ ਮਿਲਿਆ ਹੋਇਆ, ਉਸ ਪਲੇਟਫਾਰਮ ਤੋਂ ਉਹਨੂੰ ਸੰਕੋਚ ਕਰਨਾ ਚਾਹੀਦਾ। ਕੋਈ ਵੀ ਇਹੋ ਜੀ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ। ਪਰ ਮੈਂ ਇਸ ਦੇ ਨਾਲ ਇਹ ਗੱਲ ਕਹਾਂਗਾ ਕਿ ਸਾਨੂੰ ਮਾਫੀ ਦਾ ਪੈਮਾਨਾ ਜਿਹੜਾ ਉਹਨੂੰ ਵੀ ਹੁਣ ਬਦਲਣਾ ਪਵੇਗਾ। ਠੀਕ ਹੈ ਕਿ ਅਸੀਂ ਬੜਾ ਵਿਸ਼ਾਲ ਰੂਪ, ਵਿਸ਼ਾਲ ਹਿਰਦਾ ਰੱਖਦੇ ਹਾਂ ਕਿ ਹਰ ਮਸਲੇ ਦੇ ਉੱਤੇ ਕੋਈ ਵੀ ਬੰਦਾ ਗਲਤੀ ਵੱਡੀ ਤੋਂ ਵੱਡੀ ਕਰਦਾ ਤੇ ਫਿਰ ਅਸੀਂ ਗੁਰੂ ਸਾਹਿਬਾਨ ਦੀ ਉਦਾਹਰਨ ਦੇ ਕੇ ਕਿ ਅਸੀਂ ਜੀ ਸਾਡੇ ਜਿਹੜਾ ਵੀ ਸ਼ਰਨ ਦੇ ਵਿੱਚ ਆਉਂਦਾ ਉਹਨੂੰ ਮਾਫ ਕਰ ਦਿੱਤਾ ਜਾਂਦਾ। ਪਰ ਨਹੀਂ, ਇੱਥੇ ਨਾਲ ਦੀ ਨਾਲ ਜਿਹੜੇ ਬੰਦੇ ਜਾਣ ਬੁੱਝ ਕੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਅੱਜ ਕਾਨੂੰਨ ਜਿਹੜਾ ਸਾਰਿਆਂ ਲਈ ਇੱਕੋ ਜਿਹਾ, ਤੇ ਕਾਨੂੰਨ ਦੇ ਮੁਤਾਬਕ ਜਿਹੜਾ ਵੀ ਵਿਅਕਤੀ ਗਲਤੀ ਕਰਦਾ, ਚਾਹੇ ਕਰਨੈਲ ਸਿੰਘ ਪੀਰ ਮੁਹੰਮਦ ਕਰੇ ਚਾਹੇ ਕੋਈ ਹੋਰ ਕਰੇ, ਤਾਂ ਉਸ ਨੂੰ ਉਸ ਦੇ ਮੁਤਾਬਕ ਸਜ਼ਾ ਮਿਲਣੀ ਜਿਹੜੀ ਹੈ ਉਹ ਬੜੀ ਜ਼ਰੂਰੀ। ਤੇ ਲੇਕਿਨ ਇਹ ਜਿਹੜੇ ਸੀਰੀਅਲ ਬਣ ਰਹੇ ਨੇ ਤੇ ਇਸ ਪਰ ਇੱਕ ਬਹੁਤ ਜਲਦੀ ਅਸੀਂ, ਜਿਵੇਂ ਪੰਡਤ ਸਾਹਿਬ ਨੇ ਸਾਡੇ ਤੋਂ ਇੱਕ ਆਸ ਰੱਖੀ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਵੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਵੀ ਇਹ ਮੁੱਦਾ ਜਿਹੜਾ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਲੈ ਕੇ ਜਾਵਾਂਗੇ। ਔਰ ਇਹ ਜਿੰਨੇ ਵੀ ਮਸਲੇ ਹੈਗੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੜਤਾ ਪੰਜਾਬ ਨਾਂ ਦਾ ਜਿਹੜਾ ਤੰਬਾਕੂ ਬ੍ਰਾਂਡ ਬਣਾ ਦਿੱਤਾ ਗਿਆ, ਜਾਂ ਜਿਹੜੇ ਮਸਲੇ ਨੇ, ਇਹਨਾਂ ਸਾਰਿਆਂ ਨੂੰ ਅੱਛੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਲੋਕਾਂ ਨੂੰ ਸਮਝਾਇਆ ਜਾਵੇਗਾ, ਚਾਹੇ ਉਹ ਪਿਆਰ ਨਾਲ ਹੋਵੇ ਤੇ ਚਾਹੇ ਕਾਨੂੰਨੀ ਕਾਰਵਾਈ ਦੇ ਨਾਲ ਹੋਵੇ। ਜੀ, ਸੋ ਇਹੀ ਹੈ ਨਾ ਕਿਸ ਤਰ੍ਹਾਂ ਦੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ। ਖਾਸ ਤੌਰ ਤੇ ਅਗਰ ਇਸ ਫਿਲਮ ਦੀ ਗੱਲ ਕਰਾਂ ਰਵਨੀਤ ਜੀ, ਤਾਂ ਵਾਕਈ ਇੱਕ ਸੋਚ ਜਿਹੜੀ ਹੈ ਬਹੁਤ ਹੀ ਕਿਤੇ ਨਾ ਕਿਤੇ ਪਤਾਲ ਲੋਕ ਤੋਂ, ਜਿਸ ਤਰ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸਮਝ ਆਉਂਦਾ ਕਿ ਇੱਕ ਅਜਿਹੀ ਚੀਜ਼ ਹੋਏਗੀ ਜਿਸ ਨੂੰ ਪ੍ਰੈਜ਼ੈਂਟ ਵਧੀਆ ਕਰਿਆ ਜਾ ਸਕਦਾ ਹੈ। ਪਰ ਇਸ ਦੇ ਵਿੱਚ ਅਗਰ ਗੱਲ ਕਰਦੇ ਹਾਂ ਤਾਂ ਮਸਲਾ ਬੇਹੱਦ ਹੀ ਗੰਭੀਰ ਹੈ, ਕਿਉਂਕਿ ਇੱਥੇ ਇੱਕ ਨੇ ਬਲਕਿ ਗੋਰਖਾ ਭਾਈਚਾਰਾ ਜਿਹੜਾ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੈਗੀ, ਔਰ ਖੁਦ ਦੇ ਭਾਜਪਾ ਦੇ ਵਿਧਾਇਕ ਨੇ ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਇਸ ਦੇ ਲਈ। ਸੋ ਬਹੁਤ ਸਾਰੇ ਲੋਕਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਸੀਰੀਜ਼ ਨੂੰ ਲੈ ਕੇ ਜੇ ਤੁਸੀਂ ਹੁਣ ਗੱਲ ਕਰਦੇ ਹੋ ਤਾਂ ਜੋ ਸ਼ਿਕਾਇਤ ਗਈ ਹੈ, ਇਸ ਦਾ ਤੁਹਾਨੂੰ ਰਿਵਾਰਡ ਆਇਆ ਕਿਸੇ ਦਾ? ਕੋਈ ਇੱਥੇ ਜਵਾਬ ਨਜ਼ਰ ਆਇਆ ਹੈਗਾ? ਰਿਵਾਰਡ ਸਿਰਫ ਜਿਹੜੀ ਪੰਜਾਬ ਦੇ ਮਾਮਲੇ ਮੈਂ ਸੀਐਮ ਸਾਹਿਬ ਨੂੰ ਕੰਪਲੇਂਟ ਦਿੱਤੀ ਸੀਗੀ, ਉਹਨਾਂ ਵੱਲੋਂ ਡੀਜੀਪੀ ਆਫਿਸ ਤੋਂ ਟ੍ਰਾਂਸਫਰ ਕਰ ਦਿੱਤੀ ਗਈ ਸੀ ਤੇ ਉਹ ਮੇਰੇ ਕੋਲ ਗ੍ਰੀਵੈਂਸ ਨੰਬਰ ਤਾਂ ਮੈਨੂੰ ਭੇਜ ਦਿੱਤਾ ਗਿਆ। ਅਜੇ ਐਫਆਈਆਰ ਦਰਜ ਨਹੀਂ ਹੋਈ ਇਹਦੇ ਰਿਗਾਰਡਿੰਗ ਕੋਈ ਵੀ, ਤੇ ਇੱਕ ਨਾਲ ਹੀ ਹੋਏਗੀ ਗੱਲ ਵੀ ਕਦੋਂ ਇਸ ਚੀਜ਼ ਨੂੰ ਇੰਪਲੀਮੈਂਟੇਸ਼ਨ ਦੇ ਵਿੱਚ ਲਿਆ ਕੇ ਸਖਤਾਈ ਕੀਤੀ ਜਾਂਦੀ ਹੈ। ਜਦੋਂ ਸ਼ੂਟਰ ਦੀਆਂ ਫਿਲਮਾਂ ਤੇ ਇਹਨਾਂ ਨੇ ਬੈਨ ਲਵਾਇਆ ਤਾਂ ਇਹ ਜਿਹਦੇ ਚ ਸਾਡੀ ਰੀਪ੍ਰੈਜ਼ੈਂਟੇਸ਼ਨ, ਜਿਹਦੇ ਚ ਕਾਮਨਲਿਜ਼ਮ ਨੂੰ ਜ਼ਿਆਦਾ ਵਧਾਵਾ ਦਿੱਤਾ ਗਿਆ, ਜਿਹਦੇ ਚ ਨੌਜਵਾਨੀ ਨੂੰ, ਨਸ਼ੇ ਨੇ ਦੇਖੋ ਇੱਕ ਇੱਕ ਘਰ ਬਰਬਾਦ ਕੀਤਾ, ਇਹਦੇ ਨਾਲ ਧੜੇਬੰਦੀ ਵਧੇ, ਇਹਦੇ ਨਾਲ ਕੀ ਹੈ, ਆਪਸੀ ਭਾਈਚਾਰਾ ਖਤਮ ਹੋਣ ਦੀ ਜਿਹੜੀ ਕਗਾਰ ਤੇ ਧਿਆਨ ਦੀ ਕੋਸ਼ਿਸ਼ ਹੈ, ਜਿਹਦੇ ਕਰਕੇ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੇਖੋ ਅਸੀਂ ਹੁਣ ਜੋ ਵੀ ਜਿਹੜੀ ਮਾਡਰਨ ਜਨਰੇਸ਼ਨ ਹੈ, ਕਿਸੇ ਵੀ ਕਾਸਟ ਤੋਂ ਅਸੀਂ ਸਾਰੇ ਯਾਰ ਮਿੱਤਰ ਹੈ, ਯੂਨੀਵਰਸਿਟੀ ਚ ਪੜ੍ਹਦੇ ਹੋਏ ਸਾਡੇ ਚ ਕਦੇ ਵੀ ਇਹੋ ਜਿਹੀ ਗੱਲ ਨਹੀਂ ਵੀ ਇਹ ਫਲਾਣਾ ਉਸ ਜਾਤ ਨੂੰ ਬਿਲੋਂਗ ਕਰਦਾ, ਉਸ ਧਰਮ ਨੂੰ ਬਿਲੋਂਗ ਕਰਦਾ। ਜਦੋਂ ਅਸੀਂ ਉੱਥੇ ਇਕੱਠੇ ਪੜ ਸਕਦੇ ਹਾਂ ਤਾਂ ਜਦੋਂ ਅਸੀਂ ਉਸ ਸਿੱਖਿਆ ਸੰਸਥਾਨਾਂ ਚੋਂ ਨਿਕਲਦੇ ਹਾਂ ਤਾਂ ਸਾਡੇ ਦਿਮਾਗ 'ਚ ਇਹੋ ਜਿਹੀ ਚੀਜ਼ ਕਿਉਂ ਭਰ ਦਿੱਤੀ ਜਾਂਦੀ ਹੈ। ਮੈਂ ਇਸ ਗੱਲ ਤੋਂ ਹੈਰਾਨ ਹਾਂ, ਕਿਉਂ ਸਰਕਾਰਾਂ ਇੱਥੇ ਸਖਤ ਕਾਨੂੰਨ ਨਹੀਂ ਲਿਆਉਂਦੀਆਂ, ਕਿਉਂ ਸਾਡੇ ਰਿਲੀਜਨ ਦਾ ਜਾਂ ਸਾਡੀ ਜਾਤ ਦਾ ਟੈਗ ਸਾਡੇ ਯੂਨੀਵਰਸਿਟੀ ਤੋਂ ਬਾਹਰ ਨਿਕਲਦੇ ਹੋਏ ਹੀ ਲੱਗਦਾ ਹੈ ਜੀ। ਠੀਕ ਹੈ, ਕਿਉਂ ਇਹ ਸੋਚ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਰਕਾਰਾਂ ਨੂੰ ਚਾਹੀਦਾ ਇਹਦੇ ਤੇ ਧਿਆਨ ਦੇਣਾ। ਸੋ ਸ਼ਾਇਦ ਵਾਕਈ ਬਹੁਤ ਜ਼ਰੂਰਤ ਹੈਗੀ ਇਸ ਵੇਲੇ ਕਿ ਸਰਕਾਰਾਂ ਹੀ ਗੰਭੀਰ ਮੁੱਦਾ ਚੁੱਕਣ। ਸੋ ਕਰਨੈਲ ਸਿੰਘ ਜੀ, ਅਗਰ ਜ਼ਿਕਰ ਕੀਤਾ ਜਾਏ ਤਾਂ ਜਿਸ ਤਰ੍ਹਾਂ ਦੇ ਨਾਲ ਸ਼ਾਇਦ ਇੱਕ ਫੇਮ ਦੇ ਲਈ ਜਾਂ ਫਿਰ ਵਿਵਾਦਿਤ ਤਾਈਓ ਕੁਝ ਬਣਾਇਆ ਜਾਂਦਾ ਤਾਂ ਕਿ ਮੀਡੀਆ ਜਿਹੜਾ ਹੈ ਉਹ ਜ਼ਰੂਰ ਉਹਨੂੰ ਚੁੱਕੇ, ਕਿ ਜਿਸ ਤਰ੍ਹਾਂ ਦੇ ਨਾਲ ਹੁਣ ਵੀ ਸਾਡਾ ਕੰਟੀਨਿਊ ਜਿਹੜਾ ਟ੍ਰੇਲਰ ਹੈ ਉਹ ਸਾਡੀ ਸਕਰੀਨ ਤੇ ਚੱਲ ਰਿਹਾ, ਮਤਲਬ ਇਸ ਤਰ੍ਹਾਂ ਦੇ ਨਾਲ ਉਹ ਫਾਇਦਾ ਲੈਣ ਦੀ ਕੋਸ਼ਿਸ਼ ਵੀ ਕਰਦੇ ਨੇ। ਸ਼ਾਇਦ ਜਿਨ੍ਹਾਂ ਨੇ ਨਹੀਂ ਵੀ ਦੇਖੀ ਹੁਣ ਉਹ ਵੀ ਸਰਚ ਕਰਕੇ ਵੇਖਣਗੇ ਇਸ ਪਤਾਲ ਲੋਕ ਨੂੰ। ਇਸ ਨੂੰ ਕਿਸ ਤਰ੍ਹਾਂ ਦੇ ਨਾਲ ਵੇਖਦੇ ਹੋ ਤੁਸੀਂ? ਦੇਖੋ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਣੀ TRP ਨੂੰ ਵਧਾਉਣ ਵਾਸਤੇ ਔਰ ਆਪਣੇ ਆਪ ਨੂੰ ਇਹ ਸਾਬਤ ਕਰਨ ਵਾਸਤੇ ਕਿ ਵੇਖੋ ਸਾਡੇ ਤੇ ਕੰਟਰੋਵਰਸੀ ਹੋ ਰਹੀ ਹੈ, ਉਹ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਨੇ ਕਿ ਵੇਖੋ ਜੀ ਸਾਡੀ ਗੱਲ ਜਿਹੜੀ ਹੈ ਉਹ ਕਿੰਨੀ ਇਸ ਵੇਲੇ ਹੋ ਰਹੀ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਜਿਹੜੀਆਂ ਸਾਡੇ ਇੱਥੇ ਫਿਲਮਾਂ ਬਣੀਆਂ ਨੇ, ਸਾਡਾ ਹੱਕ ਫਿਲਮ ਬਣੀ ਸੀ, ਫਿਰ ਇੱਥੇ ਕੌਮ ਦੇ ਹੀਰੇ ਫਿਲਮ ਬਣੀ ਹੈ, ਜਾਂ ਜਿਹੜੀਆਂ ਹੋਰ ਫਿਲਮਾਂ ਬਣੀਆਂ ਉਹ ਬਕਾਇਦਾ ਸੱਚਾਈ ਦੇ ਨੇੜੇ ਤੇੜੇ ਸਨ ਫਿਲਮਾਂ, ਲੇਕਿਨ ਉਹਨਾਂ ਫਿਲਮਾਂ ਨੂੰ ਬੈਨ ਕੀਤਾ ਗਿਆ। ਲੇਕਿਨ ਜਦੋਂ ਉਹਨਾਂ ਨੂੰ ਬੈਨ ਕੀਤਾ ਗਿਆ ਤਾਂ ਉਹਨਾਂ ਫਿਲਮਾਂ ਨੂੰ ਬੱਚੇ ਨੇ ਦੇਖਿਆ। ਇਹ ਕੁਦਰਤੀ ਗੱਲ ਆ ਕਿ ਜਿਹੜੀ ਚੀਜ਼ ਤੋਂ ਖਾਸ ਕਰਕੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਇੱਕ ਕਰੇਜ ਹੁੰਦਾ ਕਿ ਆਹ ਚੀਜ਼ ਤੋਂ ਉਹਨਾਂ ਨੂੰ ਖਰਚ ਕੀਤਾ ਜਾਵੇ ਤਾਂ ਉਹ ਚੀਜ਼ ਉਹ ਦੇਖਦੇ। ਅੱਜ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਜਿੰਨੇ ਵੀ ਜਿਹੜੇ ਇੰਟਰਨੈਟ ਨਾਲ ਜੁੜੇ ਹੋਏ ਸਾਡੇ ਕੋਲ ਕੰਟੈਕਟ ਨੇ, ਉਹ ਉਹਨਾਂ ਦੇ ਉੱਪਰ ਜ਼ਿਆਦਾ ਪਕੜ ਜਿਹੜੀ ਹੈ ਉਹ 18 ਤੋਂ ਲੈ ਕੇ ਹੁਣ ਤਾਂ ਮੈਂ ਗੱਲ ਕਰਾਂਗਾ 5 ਸਾਲ ਦੇ ਬੱਚੇ ਤੋਂ ਹੀ ਲੈ ਕੇ ਗੱਲ ਕਰਾਂਗਾ ਕਿ ਇਹ ਤਕਰੀਬਨ ਹਰ ਵਰਗ ਦਾ ਜਿਹੜਾ ਉਮਰ ਦਾ ਬੱਚਾ ਜਾਂ ਬਜ਼ੁਰਗ ਹੈ ਉਹ ਇਸ ਨੂੰ, ਨੌਜਵਾਨ ਹੈ ਉਹ ਇਸ ਨੂੰ ਦੇਖਦਾ। ਸੋ ਅੱਜ ਇੱਕ ਜਿਹੜੀ ਦੌੜ ਲੱਗੀ ਹੋਈ ਹੈ ਨਾ ਕਿ ਆਪਣੇ ਆਪ ਨੂੰ ਭਾਵੇਂ ਸਾਨੂੰ ਕੰਟਰੋਵਰਸੀ ਦੇ ਵਿੱਚ ਹੀ ਪੈਣਾ ਪਵੇ ਤੇ ਅਸੀਂ ਆਪਣੀ ਗੱਲ ਨੂੰ ਦੂਰ ਤੱਕ ਲੈ ਕੇ ਜਾਣਾ, ਤੇ ਇਹ ਉਸੇ ਗੱਲ ਦਾ ਹੀ ਹਿੱਸਾ ਹੈ। ਪਰ ਮੈਂ ਇਹ ਗੱਲ ਕਹਾਂਗਾ ਕਿ ਇਹ ਬਹੁਤ ਘਿਨਾਉਣੀ ਸੋਚ ਹੈ ਜਿਹੜੇ ਲੋਕ ਇਸ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਜਾਂ ਪੈਸਾ ਕਮਾਉਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਤੇ ਇਹ ਜਿਹੜਾ ਪਤਾਲ ਲੋਕ ਹੈ ਇਹਦੇ ਉੱਪਰ ਬੈਨ ਲੱਗਣਾ ਚਾਹੀਦਾ ਔਰ ਬਿਨਾਂ ਕਿਸੇ ਦੇਰੀ ਦੇ ਇਹਨਾਂ ਨੂੰ YouTube ਤੋਂ ਔਰ ਹਰ ਜਗ੍ਹਾ ਤੋਂ ਡਿਲੀਟ ਕਰਨਾ ਚਾਹੀਦਾ, ਰਿਮੂਵ ਕਰ ਦਿੱਤਾ ਜਾਵੇ ਤਾਂ ਕਿ ਇਸ ਤਰ੍ਹਾਂ ਦਾ ਨਫ਼ਰਤ ਭਰਿਆ ਕੋਈ ਵੀ ਸੀਰੀਅਲ, ਕੋਈ ਫਿਲਮ ਉਹ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ। ਠੀਕ ਹੈ, ਅਖੀਰਲਾ ਕਮੈਂਟ ਲਵਾਂਗੇ ਕਿਉਂਕਿ ਲਾਸਟ ਜਿਹੜਾ ਅਖੀਰਲਾ ਸਮਾਂ ਹੈਗਾ। ਸੋ ਪੰਡਿਤ ਜੀ ਤੁਹਾਡਾ ਅਖੀਰਲਾ ਕਮੈਂਟ, ਉਸ ਤੋਂ ਬਾਅਦ ਰਵਨੀਤ ਜੀ ਕੋਲ ਜਾਵਾਂਗੇ। ਜੀ, ਮੈਨੂੰ ਲੱਗਦਾ ਹੈ ਇੱਕ ਸਮਾਜਿਕ ਚੇਤਨਾ, ਸਮਾਜਿਕ ਅੰਦੋਲਨ ਵਰਗੇ ਹੋਣ ਦੇ ਲੋੜ ਆਏਗਾ। ਹਰ ਥਾਂ ਤੇ ਜੇਕਰ ਲੋਕ ਜਾਗਣਗੇ, ਵਿਰੋਧ ਕਰਨਗੇ, ਇਹੋ ਜਿਹਾ ਹਰਕਤ, ਇਹੋ ਜਿਹਾ ਕੰਮ ਸਾਡੇ ਸਮਾਜ ਲਈ, ਸਮਾਜ ਦੀ ਸ਼ਾਂਤੀ ਲਈ, ਸਮਾਜ ਦੀ ਇੱਜ਼ਤ ਲਈ ਖਤਰਾ ਹੋ ਸਕਦੀ ਹੈ। ਇਸ ਲਈ ਨੌਜਵਾਨ ਨੂੰ ਇੱਕ ਜਾਗਰੂਕ ਕਰਨ ਦੀ ਲੋੜ ਹੈ। ਜਾਗਰੂਕ ਕਰਕੇ ਇਹੋ ਜਿਹੇ ਪਲੇਟਫਾਰਮ ਤੇ ਅਜਿਹੇ ਚੀਜ਼ਾਂ ਨੂੰ ਦੇਖਣ ਲਈ ਰੋਕਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਪੂਰਾ ਪੰਜਾਬ ਦੇ ਵਿੱਚ, ਪੂਰਾ ਦੇਸ਼ ਭਰ ਦੇ ਲੋਕ ਜਾਗ ਕੇ 1952 ਦੇ ਸਿਨੇਮੈਟੋਗ੍ਰਾਫੀ ਐਕਟ ਦੇ ਵਿੱਚ ਸ਼ੋਧ ਕਰਨ ਲਈ ਮੰਗ ਉੱਠੇ। ਠੀਕ ਹੈ, ਇਹ ਯੰਗ ਇੰਡੀਆ ਐਕਟ 1956 ਦੇ ਵਿੱਚ ਸ਼ੋਧ ਹੋਵੇ ਤਾਂ ਕਿ ਸੈਂਸਰ ਬੋਰਡ ਤੇ ਹੀ ਪਾਸ ਹੋ ਕੇ OTT ਪਲੇਟਫਾਰਮ ਤੇ ਆਵੇ, ਵੈਬ ਸੀਰੀਜ਼ ਹੋਵੇ, ਗਾਣੇ ਹੋਵੇ ਜਾਂ ਫਿਲਮ ਹੋਵੇ। ਸੋ ਇੱਕ ਚੈੱਕ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ ਰਵਨੀਤ ਜੀ, ਅਖੀਰਲਾ ਕਮੈਂਟ, ਉਸ ਤੋਂ ਬਾਅਦ ਇਜਾਜ਼ਤ ਲਵਾਂਗੇ। ਮੈਡਮ, ਜਿਵੇਂ ਪੰਡਿਤ ਰਾਓ ਜੀ ਨੇ ਕਿਹਾ ਵੀ ਸੈਂਸਰ ਬੋਰਡ ਇਹਦੇ ਤੇ ਕੋਈ ਨਾ ਕੋਈ ਬਣਨਾ ਚਾਹੀਦਾ ਹੈ, ਸ਼ੋਧ ਹੋਵੇ। ਜਿਹੜਾ ਸ਼ੋਧ ਕਰਨ ਦਾ ਕੰਮ ਹੈ ਦੇਖੋ ਸਾਡੇ ਸਿਆਸਤਦਾਨਾਂ ਦਾ, ਅਸੀਂ ਇਹ ਮੁੱਦੇ ਚੱਕ ਸਕਦੇ ਹਾਂ। ਸ਼ੋਧ ਤਾਂ ਐਕਟ ਦੇ ਵਿੱਚ ਉਹਨਾਂ ਨੇ ਹੀ ਕਰਨੀ ਹੈ। ਜੇ ਉਹ ਸ਼ੋਧ ਕਰਕੇ ਸਾਡੇ ਦੇਸ਼ ਨੂੰ, ਸਾਡੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਹ ਚੀਜ਼ਾਂ ਜ਼ਰੂਰੀ ਨੇ। ਨਹੀਂ ਸਾਡੇ ਵਰਗੇ ਨਚੀਬ ਤਾਂ ਇਹ ਚੀਜ਼ਾਂ ਉਠਾਈ ਜਾਣਗੇ, ਲੇਕਿਨ ਜੇ ਉਸ ਐਕਟ ਦੇ ਵਿੱਚ ਸਖਤਾਈ ਨਹੀਂ ਹੋਏਗੀ ਤਾਂ ਲੋਕਾਂ ਨੂੰ ਪੈਸੇ ਕਮਾਉਣ ਦਾ, ਆਪਣਾ ਨੇਮ ਫੇਮ ਕੰਟਰੋਵਰਸ਼ੀਅਲ ਚੀਜ਼ਾਂ ਤੋਂ
ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਜੀ ਠੀਕ ਹੈ, ਬਹੁਤ ਬਹੁਤ ਧੰਨਵਾਦ ਹੈ ਸਾਰੇ ਹੀ ਖਾਸ ਮਹਿਮਾਨਾਂ ਦਾ। ਕਰਨੈਲ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ, ਰਵਨੀਤ ਸਿੰਘ ਜੀ ਤੁਹਾਡਾ ਵੀ, ਔਰ ਪੰਡਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੁੜਨ ਦੇ ਲਈ ਚਰਚਾ ਦੇ ਵਿੱਚ। ਸੋ ਪਾਤਾਲ ਲੋਕ ਇੱਕ ਅਜਿਹਾ ਵਿਵਾਦਿਤ ਹੁਣ ਮੁੱਦਾ ਬਣ ਚੁੱਕਿਆ ਹੈ ਜਿਸ ਨੂੰ ਚੁੱਕਣਾ ਬੇਹੱਦ ਜ਼ਰੂਰੀ ਹੋ ਚੁੱਕਿਆ। ਖਾਸ ਤੌਰ ਤੇ ਇੱਕ ਉਮੀਦ ਸਿਆਸਤਦਾਨਾਂ ਤੇ ਔਰ ਸਾਡੀ ਸਿਰਮੌਰ ਸੰਸਥਾ ਤੇ ਵੀ ਹੈ ਕਿ ਤੁਸੀਂ ਆਵਾਜ਼ ਬੁਲੰਦ ਕਰੋ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਗਲਤੀ ਨਾ ਹੋਏ। ਤੇ ਫਿਲਹਾਲ ਇਸੇ ਦੇ ਨਾਲ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਨੀ ਹਾਂ। ਵੇਖਦੇ ਹੋ ਲਿਵਿੰਗ ਇੰਡੀਆ। ਧੰਨਵਾਦ।